श्री वाहेगुरु साहिब जी। तेरी शरण मेरे दीन दयाला, सुख सागर मेरे गुरु गोपाला। कर कृपा नानक गुण गावे, राखो शरम असाड़ी जियो। कृपा करो दीन के दाते, मेरा गुण अवगण न विचारो कोई। माटी का क्या धोपै स्वामी, मानस की गत एही। माटी का क्या धोपै स्वामी, मानस की गत एही। सतनाम श्री वाहिगुरु साहिब जी। फरीदा पिछल रात ना जागयो है, जीवंदड़ो मोयोए। जे तैं रब विसारिया, ता रब ना विसरियो है। महला पंजवा। फरीदा कंत रंगावला, बड़ा बेमुताज। अल्लाह सेती रतिया, एह सचावा साज। महला पंजवा। फरीदा दुख सुख एक कर, दिल ते लाहे विकार। अल्लाह भावै सो भला, तां लभी दरबार। महला पंजवा। फरीदा दुनी वजाई वजदी, तू भी वजै नाल। सोई जियो ना वजदा, इस अल्लाह करदा सार। महला पंजवा। फरीदा दिल रता इस दुनी स्यों, दुनी न कितै कम। मिसल फकीरां गाखड़ी, सो पाइयै पूर करम। मिसल फकीरां गाखड़ी, सो पाइयै पूर करम। वाहिगुरु जी का खालसा, वाहिगुरु जी की फतेह। जुगों जुग अटल शब्द गुरु बाणी के बोहित तन तन
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਾਹਿਬਾਨ ਨੇ ਕਿਰਪਾ ਕੀਤੀ ਹੈ। ਗੁਰੂ ਪਿਤਾ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ ਦਾਸ 107 ਨੰਬਰ ਸ਼ਲੋਕ ਦੀ ਵਿਚਾਰ ਕਰ ਰਿਹਾ ਸੀ, ਪਰ ਕਿਸੇ ਕਾਰਨ ਕਰਕੇ ਪੂਰੀ ਵਿਚਾਰ ਜਿਹੜੀ ਹੈ ਉਹ ਸੰਗਤਾਂ ਤੱਕ ਨਹੀਂ ਪਹੁੰਚ ਪਾਈ। ਇਸ ਕਰਕੇ ਅੱਜ ਫਿਰ ਇਹ ਸ਼ਲੋਕ ਪੜ੍ਹਿਆ ਤੇ ਨਾਲ ਅਗਲੇ ਦੇ 4 ਸ਼ਲੋਕ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ, ਜੋ ਐਸੀ ਸ਼ਲੋਕ ਦੀ ਵਿਆਖਿਆ ਹੈ। ਆਓ ਇਹਨਾਂ ਵਿਚਾਰਾਂ ਨਾਲ ਜੁੜਾਂਗੇ। ਸਾਰੇ ਪਿਆਰ ਬਖਸ਼ਿਓ। ਜਿਤਨੀਆਂ ਵੀ ਸੰਗਤਾਂ ਇਹ ਪ੍ਰੋਗਰਾਮ ਲਾਈਵ ਸਰਵਣ ਕਰ ਰਹੀਆਂ ਹਨ ਅਤੇ ਗੁਰੂ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਹਨ, ਪ੍ਰੇਮ ਸਹਿਤ ਆਪੋ ਆਪਣੀਆਂ ਹਾਜ਼ਰੀਆਂ ਲਵਾਓ, ਮਨੋਬਿਰਤੀਆਂ ਇਕਾਗਰ ਕਰੋ। ਇਕਾਗਰ ਚਿਤ ਹੋ ਕੇ ਗੁਰੂ ਕੀ ਵਿਚਾਰ ਸਰਵਣ ਕਰੋ, ਕਿਉਂਕਿ ਸਾਹਿਬਾਨ ਦਾ ਸਾਨੂੰ ਹੁਕਮ ਹੈ, ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਿੱਖ ਨੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ। ਇਕਾਗਰਤਾ ਅਤੇ ਸਾਵਧਾਨੀ ਇਹ ਦੋਵੇਂ ਹੀ ਚਾਹੀਦੀਆਂ ਨੇ ਸਿਫਤ ਸਲਾਹ ਕਰਨ ਵਾਸਤੇ। ਸੋ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ, ਰਸਨਾ ਨੂੰ ਪਵਿੱਤਰ ਕਰੋ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨੁੱਖ ਦਾ ਸੰਸਾਰ ਦੇ ਵਿੱਚ ਆਉਣਾ ਅਤੇ ਸੰਸਾਰ ਦੇ ਵਿੱਚ ਆ ਕੇ ਪਦਾਰਥਾਂ ਦੇ ਵਿੱਚ ਗਲਤਾਨ ਹੋ ਜਾਣਾ, ਜੀਵਨ ਦੇ ਵਿੱਚੋਂ ਕੀਮਤੀ ਰਤਨ ਦਾ ਗਵਾਚ ਜਾਣਾ ਔਰ ਉਸ ਵਾਸਤੇ ਫਿਰ ਉਦਮ ਨਾ ਕਰਨਾ, ਇਹ ਮਨੁੱਖ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਇੱਕ ਤਾਂ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਤਾਂ ਪਿਆਰ ਵਾਲਿਓ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇੱਕ ਬੱਚਾ ਜਦੋਂ ਸੰਸਾਰ 'ਚ ਆਉਂਦਾ, ਰੋਵੈ ਰਤਨ ਗਵਾਏ ਕੈ, ਮਾਇਆ ਮੋਹ ਹਨੇਰ ਪਸਾਰਾ, ਉਹ ਰੋਵੈ ਦੁਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਆਓ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਆਉਂਦੇ ਹਾਂ ਤੇ ਜਿਹੜਾ ਇੱਕ ਰਤਨ ਨਾਮ ਰੂਪੀ ਮਾਤਾ ਦੇ ਗਰਭ ਵਿੱਚ ਉਸਦੇ ਨਾਲ ਸਾਂਝ ਸੀ, ਉਹ ਰਤਨ ਸਾਡੇ ਕੋਲ ਸੀ, ਪਰ ਜਦੋਂ ਸੰਸਾਰ ਦੇ ਵਿੱਚ ਅਸੀਂ ਆਉਂਦੇ ਹਾਂ ਅਕਸਰ ਉਹ ਰਤਨ ਸਾਡੇ ਕੋਲੋਂ ਖੁੰਝ ਜਾਂਦਾ ਹੈ, ਗਵਾਚ ਜਾਂਦਾ ਹੈ। ਤੇ ਉਸ ਰਤਨ ਕਰਕੇ ਕਹਿੰਦੇ ਅਸੀਂ ਸੰਸਾਰ ਆਉਂਦੇ ਹਾਂ। ਰੋਵੈ ਰਤਨ ਗਵਾਏ ਕੈ, ਫਿਰ ਇੱਥੇ ਹੈ ਕਿ ਮਾਇਆ ਮੋਹ ਹਨੇਰ ਪਸਾਰਾ, ਮਾਇਆ ਦੇ ਮੋਹ ਦਾ ਦੇ ਵਿੱਚ
ਕਾਸ ਨੂੰ ਲੱਭਦੀ ਹੈ। ਇਸ ਕਰਕੇ ਉਹ ਦੁਖੀ ਹੋਇਆ ਬੱਚਾ ਰੋਂਦਾ ਹੈ। ਉਹ ਰੋਵੈ ਦੁੱਖ ਆਪਣਾ, ਉਹ ਬੱਚਾ ਆਪਣੇ ਦੁੱਖ ਨੂੰ ਰੋਂਦਾ ਹੈ ਤੇ ਹੱਸ ਹੱਸ ਗਾਵੇ। ਪਰਿਵਾਰ ਜੋ ਸਾਰਿਆਂ ਨੂੰ ਵਧਾਈਆਂ ਦਿੰਦਾ ਹੈ, ਹੱਸ ਹੱਸ ਕੇ ਆਉਣ ਦੀ ਖੁਸ਼ੀ ਮਨਾਉਂਦਾ ਹੈ। ਗੀਤ ਗਾਏ ਜਾਂਦੇ ਨੇ, ਸੰਗੀਤ ਵੱਜਦਾ ਹੈ। ਸੰਸਾਰੀ ਮਾਇਆ ਦਾ ਪੂਰਾ ਵਰਤਾਵਾ ਸੰਸਾਰ 'ਚ ਕੀਤਾ ਜਾਂਦਾ ਹੈ। ਮਾਇਆ ਦੇ ਰਾਹੀਂ ਖੁਸ਼ੀ ਮਨਾਈ ਜਾਂਦੀ ਹੈ। ਅੱਜ ਤਾਂ ਇੱਥੇ ਤੱਕ ਦੇਖਣ ਨੂੰ ਮਿਲਦਾ ਕਿ ਘਰ ਵਿੱਚ ਕੋਈ ਕਾਕੇ ਦਾ ਜਨਮ ਹੋਵੇ ਨਾ, ਤੇ ਰੱਜ ਕੇ ਸ਼ਰਾਬਾਂ ਵਰਤਾਈਆਂ ਜਾਂਦੀਆਂ ਨੇ। ਰੱਜ ਕੇ ਮਾੜੇ ਤੋਂ ਮਾੜਾ ਮਿਊਜ਼ਿਕ ਜਿਹੜਾ ਘਰ ਵਿੱਚ ਚਲਾਇਆ ਜਾਂਦਾ ਵੀ ਸਾਡੇ ਘਰ 'ਚ ਪੁੱਤਰ ਦੀ ਪ੍ਰਾਪਤੀ ਹੋਈ ਹੈ। ਕਹਿੰਦੇ ਉਹ ਬੱਚਾ ਤਾਂ ਰੋਂਦਾ ਹੈ। ਹੁਣ ਸੰਸਾਰ ਦੇ ਵਿੱਚ ਆ ਕੇ ਜਦੋਂ ਬੱਚਾ ਸੀ, ਚਲੋ ਉਸਨੂੰ ਸੋਝੀ ਨਹੀਂ ਸੀ, ਇਸ ਕਰਕੇ ਉਹ ਆਸਰਤ ਸੀ ਦੋ ਬੰਦਿਆਂ ਦੇ, ਇੱਕ ਮਾਂ ਅਤੇ ਪਿਤਾ ਦੇ। ਪਰ ਹੈਰਾਨੀ ਦੀ ਗੱਲ ਕਿ ਮਾਤਾ ਪਿਤਾ ਕੋਲ ਵੀ ਉਹ ਰਤਨ ਨਹੀਂ ਸੀ ਜੋ ਉਸ ਰਤਨ ਦੀ ਸੋਝੀ ਦੇ ਸਕਦੇ। ਉਹ ਵੀ ਉਸ ਰਤਨ ਤੋਂ ਖਾਲੀ ਸਨ। ਪਿਆਰ ਵਾਲਿਓ, ਸੱਚ ਜਾਣਨਾ, ਉਸ ਤੋਂ ਬਾਅਦ ਜਦੋਂ ਗੱਲ ਆਈ ਨਾ ਵੀ ਉਹ ਰਤਨ ਉਸ ਬੱਚੇ ਕੋਲ ਨਹੀਂ ਸੀ, ਮਾਤਾ ਪਿਤਾ ਦਿੰਦੇ, ਪਰ ਮਾਤਾ ਪਿਤਾ ਤਾਂ ਸੰਸਾਰ ਦੀ ਮਾਇਆ ਵਿੱਚ ਹੀ ਗਲਤਾਨ ਸਨ, ਇਸ ਕਰਕੇ ਉੱਥੋਂ ਵੀ ਪ੍ਰਾਪਤ ਨਾ ਹੋਇਆ। ਮਾਤਾ ਪਿਤਾ ਤੋਂ ਬਾਅਦ ਜਦੋਂ ਇਹ ਵੱਡਾ ਹੋਇਆ, ਕੁਦਰਤੀ ਮਾਤਾ ਪਿਤਾ ਦੇ ਨਾਲ ਜਦੋਂ ਕਿਤੇ ਗੁਰੂ ਕੋਲ ਆਇਆ ਤੇ ਗੁਰੂ ਕੋਲ ਆ ਕੇ ਇਸ ਨੂੰ ਪਤਾ ਚੱਲਿਆ ਕਿ ਮੈਂ ਆਪਣੇ ਸੋਮੇ ਨਾਲੋਂ ਵਿਛੜਿਆ ਹੋਇਆ ਹਾਂ। ਗੁਰੂ ਨੇ ਜਦੋਂ ਦੱਸਿਆ ਕਿ ਵੀ ਤੂੰ ਕੀਤੇ ਹੋਏ ਕਰਮਾਂ ਕਰਕੇ ਪਰਮੇਸ਼ਰ ਨਾਲੋਂ ਵਿਛੜ ਗਿਆ, ਰੱਬ ਨਾਲੋਂ ਤੇਰੀ ਵਿਥ ਪੈ ਗਈ, ਔਰ ਜਿਵੇਂ ਤੂੰ ਵੱਡਾ ਹੋ ਰਿਹਾ ਤੇਰੀ ਵਿਥ ਵੱਧਦੀ ਜਾ ਰਹੀ ਹੈ। ਤੇ ਫਿਰ ਇਹ ਪੁੱਛਦਾ ਹੈ ਕਿ ਹੁਣ ਮੈਂ ਕਿਹੜੇ ਕਰਮ ਕਰਾਂ ਜਿਹਦੇ ਨਾਲ ਇਹ ਮੇਰੀ ਵਿਥ ਖਤਮ ਹੋ ਜਾਏ। ਜਦੋਂ ਗੁਰੂ ਨੂੰ ਆ ਕੇ ਸਵਾਲ ਕੀਤਾ, ਸੱਚੇ ਪਾਤਸ਼ਾਹ ਮੈਂ ਪ੍ਰਭੂ ਨਾਲ ਮਿਲਣਾ ਚਾਹੁੰਦਾ, ਰੱਬ ਨਾਲ ਜੁੜਨਾ ਚਾਹੁੰਦਾ, ਤੁਸੀਂ ਮੇਰੀ ਵਿਚੋਲਗੀ ਕਰੋ। ਤੇ ਗੁਰੂ ਵਿਚੋਲਾ ਬਣ ਗਿਆ। ਗੁਰੂ ਦੀ ਕਿਉਂਕਿ ਇਹ ਵਡਿਆਈ ਹੈ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਜਿਹੜਾ ਗੁਰੂ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦਾ ਵਿਚੋਲਾ ਹੈ, ਪਰਮਾਤਮਾ ਨਾਲ ਮਿਲਾਪ ਕਰਾਉਣ ਵਾਲਾ ਹੈ। ਤੇ ਜਦੋਂ ਕੋਈ ਸਤਿਗੁਰੂ ਕੋਲ ਆਇਆ ਤੇ ਸਤਿਗੁਰੂ ਕੋਲ ਆ ਕੇ ਅਰਜ਼ ਕੀਤੀ ਤੇ ਸਤਿਗੁਰੂ ਨੇ ਆਖਿਆ, ਭਲਿਆ ਰੱਬ ਨੂੰ ਮਿਲਣਾ ਚਾਹੁੰਦਾ? ਕਹਿੰਦੇ ਹਾਂ। ਅੰਮ੍ਰਿਤ ਦੀ ਪ੍ਰਾਪਤੀ ਕਰਨਾ ਚਾਹੁੰਦਾ? ਕਹਿੰਦੇ ਹਾਂ। ਦੇਖ ਅੰਮ੍ਰਿਤ ਤੇਰੇ ਕੋਲ ਹੈਗਾ। ਸੱਚੇ ਪਾਤਸ਼ਾਹ ਮੈਨੂੰ ਤੇ ਜਾਣਕਾਰੀ ਨਹੀਂ। ਗੁਰੂ ਨੇ ਕਿਹਾ ਨਹੀਂ, ਅੰਮ੍ਰਿਤ ਤੇਰੇ ਕੋਲ ਹੈ। ਨੋ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਤੇਰੇ ਸਰੀਰ ਵਿੱਚ ਅੰਮ੍ਰਿਤ ਦਾ ਵਾਸਾ ਹੈ, ਪਰ ਤੈਨੂੰ ਉਸ ਅੰਮ੍ਰਿਤ ਦੀ ਸੋਝੀ ਨਹੀਂ ਹੈ। ਗੁਰੂ ਸਾਹਿਬ ਤੁਸੀਂ ਦੱਸੋ ਕਿ ਇਸ ਅੰਮ੍ਰਿਤ ਨਾਲ ਕਿਵੇਂ ਜੁੜਿਆ ਜਾਏਗਾ? ਅੰਮ੍ਰਿਤ ਦੀ ਪ੍ਰਾਪਤੀ ਜਿਹੜੀ ਹੈ, ਜਿਹੜਾ ਅੰਦਰ ਹੈ, ਉਹ ਪ੍ਰਗਟ ਕਿਵੇਂ ਹੋਏਗਾ? ਗੁਰੂ ਨੇ ਆਖਿਆ, ਭਲਿਆ ਜੇ ਤੂੰ ਅੰਮ੍ਰਿਤ ਦੇ ਨਾਲ ਜੁੜਨਾ ਚਾਹੁੰਦਾ, ਤੂੰ ਫਿਰ ਇੱਕ ਕੰਮ ਕਰ, ਅੰਮ੍ਰਿਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰ ਦੇ। ਰਾਤ ਦਾ ਚੌਥਾ ਪਹਿਰ, ਚੌਥੇ ਪਹਿਰ ਸਵਾ ਕੈ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸੋ ਦੋਸਤੀ, ਮਨ ਮੁਖ ਸੱਚਾ ਨਾਮ। ਸਤਿਗੁਰੂ ਨੇ ਕਿਹਾ ਕਿ ਜੋ ਚੌਥੇ ਪਹਿਰ ਉੱਠ ਕੇ ਨਾ ਪਰਮਾਤਮਾ ਦੀ ਬੰਦਗੀ ਕਰ, ਚੌਥਾ ਪਹਿਰ ਜਾਗ ਕੇ ਨਾ ਪਰਮਾਤਮਾ ਦੀ ਬੰਦਗੀ ਕਰ। ਤਿੰਨਾਂ ਦਰਿਆਵਾਂ ਸੋ ਦੋਸਤੀ, ਉਹਨਾਂ ਦਰਿਆਵਾਂ ਦੇ ਨਾਲ ਆਪਣੀ ਦੋਸਤੀ ਬਣਾ ਲੈ। ਮਨ ਮੁਖ ਸੱਚਾ ਨਾਮ। ਇੱਥੇ ਮਨਮੁਖ ਇਕੱਠਾ ਪਾਠ ਨਹੀਂ ਕਰਨਾ, ਮਨ ਦੇ ਨੰਨੇ ਨੂੰ ਵੀ ਸਿਆਰੀਏ ਤੇ ਮੁਖ ਦੇ ਖੱਖੇ ਨੂੰ ਵੀ ਸਿਆਰੀਏ ਦਾ। ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਮੁਖ ਵਿੱਚ ਪਰਮਾਤਮਾ ਦਾ ਸੱਚਾ ਨਾਮ ਹੈ, ਉਹਨਾਂ ਦੇ ਨਾਲ ਤੂੰ ਸਾਂਝ ਬਣਾ ਲੈ ਆਪਣੀ, ਉਹਨਾਂ ਦਰਿਆਵਾਂ ਦੇ ਨਾਲ, ਕਿਉਂਕਿ ਉਹਨਾਂ ਦੇ ਅੰਦਰ ਰਵਾਨਗੀ ਹੈ, ਪਰਮਾਤਮਾ ਦੇ ਵਾਲੇ ਪਾਸੇ ਜਾ ਰਹੇ ਨੇ। ਜਿਸ ਤਰ੍ਹਾਂ ਇੱਕ ਦਰਿਆ ਚੱਲ ਰਿਹਾ ਨਾ, ਤੇ ਉਹ ਸਮੁੰਦਰ ਵਾਲੇ ਪਾਸੇ ਜਾ ਰਿਹਾ ਹੈ। ਜਿਹੜੀ ਵੀ ਛੋਟੀ ਨਾਲੀਆਂ
ਛੋਟੇ ਛੋਟੇ ਨਾਲੇ, ਛੋਟੀ ਛੋਟੀ ਨਦੀਆਂ ਵੱਡੀ ਨਦੀ ਵਿੱਚ ਮਿਲ ਜਾਣਗੀਆਂ, ਉਹ ਸਾਰੀਆਂ ਸਮੁੰਦਰ ਤੱਕ ਪਹੁੰਚ ਜਾਣਗੀਆਂ। ਇਸ ਕਰਕੇ ਤੂੰ ਯਤਨ ਕਰ ਕਿ ਉਹਨਾਂ ਦਰਿਆਵਾਂ ਦੇ ਨਾਲ ਦੋਸਤੀ ਪਾ, ਜੋ ਵੱਡੇ ਦਰਿਆ ਨੇ, ਜਿਨ੍ਹਾਂ ਦੇ ਮਨ ਵਿੱਚ ਤੇ ਮੁਖ ਵਿੱਚ ਸੱਚੇ ਪਰਮਾਤਮਾ ਦਾ ਨਾਮ ਹੈ। ਉਹਨਾਂ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਦੀ ਸੰਗਤ ਵਿੱਚ ਬੈਠ, ਉਹਨਾਂ ਨਾਲ ਦੋਸਤੀ ਕਰ। ਜਿਸ ਤਰ੍ਹਾਂ ਉਹਨਾਂ ਦੇ ਅੰਦਰ ਰਵਾਨਗੀ ਹੈ, ਉਹ ਤੁਰੇ ਹੋਏ ਨੇ ਆਪਣੇ ਮਾਲਕ ਦੇ ਕੋਲ ਨੂੰ, ਤੂੰ ਵੀ ਤੁਰ ਪਏਂਗਾ। ਹੁਣ ਗੁਰੂ ਕੋਲ ਆਇਆ ਸਿੱਖ, ਗੁਰੂ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰ। ਪਰ ਬਾਬਾ ਫਰੀਦ ਜੀ ਆਖਦੇ ਨੇ ਕਿ ਮਨੁੱਖ ਦੀ ਹਾਲਤ ਹੈ, ਫਰੀਦਾ ਪਿਛਲ ਰਾਤ ਨਾ ਜਾਗੇ ਹੋਏ। ਹੇ ਫਰੀਦ, ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ, ਅੰਮ੍ਰਿਤ ਵੇਲੇ ਨਹੀਂ ਉੱਠਿਆ, ਜੀਵਨ ਦ੍ਰਿੜੋ ਮੋਏ ਹੋਏ, ਤਾਂ ਸੱਚ ਇਹ ਹੈ ਕਿ ਤਾਂ ਜਿਉਂਦਿਆਂ ਹੀ ਤੂੰ ਮਰਿਆ ਹੋਇਆ। ਭਾਵੇਂ ਸਰੀਰ ਕਰਕੇ ਜੀਵ ਰਿਹਾ, ਪਰ ਅੰਮ੍ਰਿਤ ਵੇਲੇ ਜੇ ਨਹੀਂ ਉੱਠਿਆ ਤੇ ਆਤਮਿਕ ਤੌਰ ਤੋਂ ਤੂੰ ਬਿਲਕੁਲ ਮਰਿਆ ਹੋਇਆ। ਆਤਮਿਕ ਮੌਤ, ਅਧਿਆਤਮ ਦੀ ਮੌਤ। ਆਤਮਿਕ ਮੌਤ ਦਾ ਅਰਥ ਇਹ ਹੈ ਕਿ ਮਨੁੱਖ ਦੇ ਜੀਵਨ ਵਿੱਚ ਇਹ ਗੱਲ ਖਤਮ ਹੋ ਗਈ ਹੈ ਕਿ ਉਹ ਦੁੱਖ ਤੇ ਸੁੱਖ ਤੋਂ ਪ੍ਰਭਾਵਿਤ ਹੋ ਰਿਹਾ। ਸਮਝ ਲਓ ਉਹ ਆਤਮਿਕ ਤੌਰ ਤੋਂ ਮਰਿਆ ਹੋਇਆ ਹੈ। ਆਓ ਕਿ ਜੇ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ ਕਹਿੰਦੇ ਨੇ ਫਰੀਦ ਜੀ, ਫਿਰ ਤੂੰ ਜਿਉਂਦਿਆਂ ਹੀ ਮਰਿਆ ਹੋਇਆ। ਭਾਵੇਂ ਸਰੀਰ ਕਰਕੇ ਜੀ ਰਿਹਾ, ਸਰੀਰਕ ਜੀਵਨ ਹੈਗਾ ਪਰ ਆਤਮਿਕ ਜੀਵਨ ਤੇਰੇ ਕੋਲ ਨਹੀਂ। ਤੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਪਿਆਰਿਓ ਦੱਸਿਆ ਕਿ ਜੇ ਕੇਵਲ ਤੇਰੇ ਕੋਲ ਸਰੀਰਕ ਜੀਵਨ ਹੈ ਤੇ ਆਤਮਿਕ ਜੀਵਨ ਨਹੀਂ ਨਾ, ਫਿਰ ਸੱਚ ਹੈ ਕਿ ਤੂੰ ਸੰਸਾਰ ਦੇ ਵਿੱਚ ਤੇਰਾ ਜੀਵਨ ਧਕਾਰ ਦੇ ਯੋਗ ਹੈ। ਕਿਉਂਕਿ ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸੰਗਾਰ। ਨਾਮ ਤੋਂ ਬਿਨਾਂ ਜਿਤਨਾ ਵੀ ਵਿਵਹਾਰ ਕਰਦਾ ਹੈ ਨਾ ਪਿਆਰਿਆ, ਉਹ ਇਸ ਤਰ੍ਹਾਂ ਜਿਵੇਂ ਕਿ ਮੁਰਦੇ ਨੂੰ ਮਰਨ ਤੋਂ ਬਾਅਦ ਸ਼ਿੰਗਾਰ ਕੀਤਾ ਜਾਂਦਾ ਹੈ। ਲੋਕ ਕੱਪੜੇ ਵੀ ਪਾਉਂਦੇ ਨੇ, ਦੇਖਣ ਨੂੰ ਮਿਲਦਾ, ਪੱਗ ਵੀ ਬੰਨ੍ਹਦੇ ਨੇ, ਕਕਾਰ ਵੀ ਜਿਨ੍ਹਾਂ ਨੇ ਕਈ ਵਾਰੀ ਪਾਏ ਹੁੰਦੇ ਉਹਨਾਂ 'ਤੇ ਕਕਾਰ ਵੀ ਸਜਾਏ ਜਾਂਦੇ ਨੇ। ਕਈ ਵਾਰੀ ਜਦੋਂ ਬੀਬੀਆਂ ਮਰਦੀਆਂ ਨੇ ਤੇ ਉਹਨਾਂ ਨੂੰ ਲਾਲ ਕੱਪੜੇ ਪਾਏ ਜਾਂਦੇ ਨੇ, ਉਹਨਾਂ ਨੂੰ ਚੂੜਾ ਪਾਇਆ ਜਾਂਦਾ ਹੈ, ਉਹਨਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ। ਪਰ ਕੀ ਉਸ ਮ੍ਰਿਤਕ ਨੂੰ ਪਤਾ ਹੈ ਕਿ ਮੈਨੂੰ ਹਾਰ ਸ਼ਿੰਗਾਰ ਕੀਤਾ ਗਿਆ? ਜਿਹੜਾ ਬੰਦਾ ਮਰ ਗਿਆ, ਜਿਹਦੇ ਸਰੀਰ ਵਿੱਚੋਂ ਸਵਾਸ ਨਿਕਲ ਗਏ ਨੇ, ਮਰ ਕਹਿੰਦੇ ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਜਿਵੇਂ ਮਰੇ ਹੋਏ ਪ੍ਰਾਣੀ ਵਾਸਤੇ ਉਹ ਸ਼ਿੰਗਾਰ ਵਿਅਰਥ ਹੈ। ਸੱਚ ਜਾਣੀ, ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਨਹੀਂ ਕਰਦਾ ਤੇ ਅੰਦਰੋਂ ਮਰਿਆ ਹੋਇਆ ਹੈ। ਸਰੀਰ ਕਰਕੇ ਜੀਵਨਾ ਪਰ ਅਧਿਆਤਮ ਤੌਰ ਤੋਂ ਮਰਿਆ ਹੋਇਆ। ਕਿਉਂਕਿ ਇੱਥੇ ਜੀਵਨਾ ਉਹ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਸ ਖਾਏ। ਇੱਥੇ ਤਾਂ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਇੱਥੇ ਜਿਉਂਦਾ ਹੀ ਉਹ ਮੰਨਦੀ ਹੈ ਗੁਰਬਾਣੀ ਜਿਸ ਦੇ ਮਨ ਵਿੱਚ ਪਰਮਾਤਮਾ ਜੀ ਵਸਦੇ ਨੇ। ਸੱਚ ਜਾਣਨਾ ਬਾਕੀ ਤੇ ਸੰਸਾਰ ਦੇ ਵਿੱਚ ਗੁਰਬਾਣੀ ਕਹਿੰਦੀ ਇਹ ਲਾਸ਼ਾਂ ਤੁਰੀਆਂ ਫਿਰਦੀਆਂ, ਇਹ ਬੰਦੇ ਥੋੜ੍ਹੀ ਤੁਰੇ ਫਿਰਦੇ ਨੇ, ਇਹ ਤਾਂ ਪ੍ਰੇਤ ਤੁਰੇ ਫਿਰਦੇ ਆ। ਇਹ ਬੰਦੇ ਨਹੀਂ ਹਨ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ, ਪਰਮਾਤਮਾ ਦੀ ਬੰਦਗੀ ਨਹੀਂ, ਵਾਹਿਗੁਰੂ ਜੀ ਦਾ ਸਿਮਰਨ ਨਹੀਂ। ਸਤਿਗੁਰੂ ਕਹਿੰਦੇ ਕਿ ਉਹ ਤਾਂ ਫਿਰ ਜਿਉਂਦੇ ਹੀ ਮੁਰਦੇ ਨੇ, ਕਿਉਂਕਿ ਅੰਦਰ ਰੱਬ ਦਾ ਨਾਮ ਭੁੱਲ ਗਿਆ। ਇੱਥੇ ਤਾਂ ਜਿਉਂਦਾ ਉਹ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ। ਜਿਹੜਾ ਆਖਦਾ ਉਹ ਜਿਉਂਦਾ, ਇਹਨੂੰ ਰੱਬ ਜੀ ਭੁੱਲ ਜਾਂਦੇ ਨੇ, ਉਸਦੀ ਮੌਤ ਹੋ ਜਾਂਦੀ। ਇਹ ਸਮਝਾਉਣਾ ਚਾਹ ਰਹੇ ਨੇ ਫਰੀਦ ਜੀ। ਫਿਰ ਕਹਿਣ ਲੱਗੇ, ਜੇ ਤੈਂ ਰੱਬ ਵਿਸਾਰਿਆ। ਬੰਦਾ ਕਹਿੰਦਾ ਹੈ ਰੱਬ ਨਾਲ ਸਾਡਾ ਕੋਈ ਵਾਸਤਾ ਨਹੀਂ, ਰੱਬ ਸਾਡਾ ਕੀ ਵਿਗਾੜੇਗਾ, ਰੱਬ ਨਾਲ ਸਾਡਾ ਕੋਈ ਵਾਹ ਹੀ ਨਹੀਂ। ਪਿਆਰ ਵਾਲਿਓ, ਸਤਿਗੁਰੂ ਕਹਿਣ ਲੱਗੇ ਕਿ ਜੇ ਤੂੰ ਰੱਬ ਨੂੰ ਭੁਲਾ ਦਿੱਤਾ, ਜੇ ਤੈਂ,
ਤੈਨ ਦਾ ਅਰਥ ਹੈ ਤੂੰ ਰੱਬ ਵਿਸਾਰਿਆ, ਰੱਬ ਨੂੰ ਭੁਲਾ ਦਿੱਤਾ। ਤੂੰ ਰੱਬ ਨੂੰ ਚੇਤੇ ਹੀ ਨਹੀਂ ਕਰਦਾ, ਰੱਬ ਦੇ ਕੋਤਕ ਤੈਨੂੰ ਯਾਦ ਹੀ ਨਹੀਂ ਹਨ, ਰੱਬ ਦੇ ਕੰਮ ਤੈਨੂੰ ਚੇਤੇ ਹੀ ਨਹੀਂ ਹਨ ਕਿ ਰੱਬ ਕੀ ਕਰ ਸਕਦਾ ਹੈ। ਤੂੰ ਮਾਇਆ 'ਚ ਗਲਤਾਨ ਹੋ ਕੇ, ਸੰਸਾਰ ਦੇ ਵਿੱਚ ਗਲਤਾਨ ਹੋ ਕੇ, ਨਾਮ ਨੂੰ ਭੁਲਾ ਕੇ ਸੰਸਾਰ ਦੇ ਵਿੱਚ ਇਹਨਾਂ ਪਦਾਰਥਾਂ 'ਚ ਗਲਤਾਨ ਹੋ ਕੇ ਖਿਆਲ ਕਰੀਂ, ਜੇ ਤੂੰ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਤੇ ਭੁਲੇਖੇ 'ਚ ਨਾ ਰਹੀਂ ਕਿ ਹੁਣ ਰੱਬ ਮੇਰਾ ਕੀ ਕਰੇਗਾ, ਰੱਬ ਨਾਲ ਤਾਂ ਮੇਰਾ ਕੋਈ ਵਾਸਤਾ ਹੀ ਨਹੀਂ, ਕੋਈ ਵਾਹ ਹੀ ਨਹੀਂ ਰਿਹਾ। ਤੂੰ ਸੰਪਰਕ ਰੱਬ ਨਾਲੋਂ ਤੋੜਿਆ ਹੋਏਗਾ, ਤੂੰ ਰੱਬ ਨੂੰ ਵਿਸਾਰਿਆ ਹੋਏਗਾ, ਤਾਂ ਰੱਬ ਨਾ ਵਿਸਾਰੇ ਹੋਏ। ਆਖਣ ਲੱਗੇ ਫਰੀਦ ਜੀ ਜੀਵਨ ਵਿੱਚ ਭੁਲਾਇਆ, ਤੂੰ ਰੱਬ ਨੂੰ ਭੁਲਾ ਦਿੱਤਾ, ਰੱਬ ਨੂੰ ਵਿਸਾਰ ਦਿੱਤਾ, ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ। ਇਸਦਾ ਅਰਥ ਹੈ ਕਿ ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ। ਤੂੰ ਰੱਬ ਨੂੰ ਵਿਸਾਰ ਕੇ, ਪਰਮਾਤਮਾ ਨੂੰ ਵਿਸਾਰ ਕੇ ਜਿਹੜੇ ਅਮਲ ਕਰ ਰਹੇ ਆ, ਜਿਹੜੇ ਕਰਮ ਕਰ ਰਹੇ ਆ, ਜਿਹੜਾ ਜੀਵਨ ਜੀਵ ਰਿਹਾ, ਪਿਆਰ ਵਾਲਿਓ ਸੱਚ ਜਾਣਨਾ, ਇਸ ਅਮਲ ਦਾ ਉੱਥੇ ਸਭ ਕੁਝ ਲਿਖਿਆ ਜਾ ਰਿਹਾ ਹੈ। ਰੱਬ ਨੂੰ ਭੁਲਾ ਕੇ ਜਿਹੜੇ ਅਮਲ ਅਸੀਂ ਕਰ ਰਹੇ ਹਾਂ, ਕਿਉਂਕਿ ਉੱਥੇ ਤਾਂ ਅਮਲ ਸਿਰਾਂ ਨੂੰ ਲੇਖਾ ਦੇਣਾ ਜਾਣੇ ਨੇ, ਜਿਹੜੇ ਹੋਣੇ ਨੇ। ਇਸ ਕਰਕੇ ਬਾਬਾ ਫਰੀਦ ਜੀ ਇੱਥੇ ਸਮਝਾਣਾ ਲਾਇਆ ਨਾ ਕਿ ਰੱਬ ਹੁਣ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਰਿਹਾ, ਪਰ ਰੱਬ ਹਰ ਵੇਲੇ ਤੈਨੂੰ ਇੱਕ ਇੱਕ ਕਰਮ ਨੂੰ ਨੋਟ ਕਰ ਰਿਹਾ ਹੈ, ਹਰ ਇੱਕ ਕਰਮ ਨੂੰ ਨੋਟ ਕਰ ਰਿਹਾ ਪਰਮੇਸ਼ਰ। ਤੇਰੇ ਅਮਲਾਂ ਨੂੰ ਉਹ ਦੇਖ ਰਿਹਾ, ਤੇਰੇ ਅਮਲ ਨੇ। ਔਰ ਖਿਆਲ ਕਰਨਾ, ਜਿੱਦਾਂ ਦੇ ਅਸੀਂ ਅਮਲ ਕਰਾਂਗੇ, ਜਿੱਦਾਂ ਦਾ ਜੀਵਨ ਜੀਵਾਂਗੇ, ਇਹ ਗੱਲ ਸੱਚੀ ਹੈ ਕਿ ਜੈਸਾ ਬੀਜੈ ਸੋ ਲੂਣੈ, ਕਰਮਾਂ ਸੰਦੜਾ ਖੇਤ। ਜੋ ਬੀਜਾਂਗੇ ਖੇਤ ਵਿੱਚ ਉਹ ਵੱਢਣਾ ਪੈਣਾ ਹੀ ਹੈ। ਇਹ ਗੱਲ ਵੱਖਰੀ ਕਿ ਮਨੁੱਖ ਤਨ ਪਦਾਰਥਾਂ ਦੀ ਬਹੁਤਾਤ ਕਰਕੇ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਪਦਾਰਥ ਉਸ ਨੂੰ ਭਟਕਾਉਂਦੇ ਨੇ। ਪਰ ਪਿਆਰ ਵਾਲਿਓ, ਬਾਬਾ ਫਰੀਦ ਜੀ ਕਹਿੰਦੇ ਦੇਖ, ਰੱਬ ਵੇਖ ਰਿਹਾ, ਉਹ ਤੇਰੇ ਹਰ ਇੱਕ ਅਮਲ ਨੂੰ ਵੇਖ ਰਿਹਾ, ਤੂੰ ਕਰ ਕੀ ਰਿਹਾ। ਰੱਬ ਨੇ ਤੇਰੇ ਅਮਲਾਂ ਤੋਂ ਨਿਬੇੜਾ ਕਰਨਾ ਹੈ। ਰੱਬ ਨੂੰ ਭੁਲਾ ਕੇ ਜਿੰਨੀ ਮਰਜ਼ੀ ਦੂਰ ਚਲਾ ਜਾ, ਦੀ ਮਾਇਆ ਚ ਜਿੰਨਾ ਮਰਜ਼ੀ ਤੂੰ ਡੂੰਘਾ, ਇਸ ਮਾਇਆ ਵਿੱਚ ਜਿੰਨਾ ਮਰਜ਼ੀ ਮਸਤ ਹੋ ਜਾ, ਪਰ ਤੇਰੇ ਹਰ ਇੱਕ ਅਮਲ ਦਾ ਉੱਥੇ ਲੇਖਾ ਹੋਣਾ ਹੈ। ਕਿਉਂਕਿ ਸਭਨਾ ਕਾ ਦਰ ਲੇਖਾ ਹੋਏ, ਕਰਨੀ ਵਾਜੋ ਤਰੈ ਨਾ ਕੋਈ। ਸ਼ੁਭ ਕਰਮਾਂ ਤੋਂ ਬਿਨਾਂ ਤੇਰਾ ਉੱਥੇ ਨਿਬੇੜਾ ਕੋਈ ਨਹੀਂ ਹੋਣਾ। ਫਿਰ ਬਾਬਾ ਫਰੀਦ ਜੀ ਨੇ ਜਿਹੜੀ ਗੱਲ ਆਖੀ ਨਾ ਵੀ ਪਿਛਲ ਰਾਤੀ ਜਾਗਣਾ ਕਿਉਂ ਹੈ, ਇਹ ਗੱਲ ਫਰੀਦ ਜੀ ਨੇ ਸਿਰਫ ਇਸ਼ਾਰੇ ਮਾਤਰ ਕਹੀ ਹੈ ਕਿ ਜੇ ਤੈਂ ਰੱਬ ਵਿਸਾਰਿਆ ਪਾਓ, ਪਿਛਲੀ ਰਾਤੀ ਜਾਗ ਕੇ ਰੱਬ ਨੂੰ ਯਾਦ ਕਰਨਾ, ਤੂੰ ਯਾਦ ਕੀਤਾ ਨਹੀਂ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਅਗਲੇ 4 ਸ਼ਲੋਕ ਦਾ ਪਾਠ ਤੁਹਾਡੇ ਨਾਲ ਸਾਂਝਾ ਕੀਤੇ, ਉੱਥੇ ਮਹਾਰਾਜ ਪੰਜਵਾਂ ਫਰੀਦਾ ਕੰਤ ਰੰਗਾਵਲਾ, ਵੱਡਾ ਬੇਮੁਹਤਾਜ। ਆਖਣ ਲੱਗੇ ਹੇ ਫਰੀਦ, ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ। ਆਖਣ ਲੱਗੇ ਹੇ ਫਰੀਦ, ਕੰਤ ਰੰਗਾਵਲਾ, ਖਸਮ ਪਰਮਾਤਮਾ, ਰੰਗਾਵਲਾ ਦਾ ਅਰਥ ਹੈ ਸੋਹਣਾ। ਸੋਝਮਈ ਹੈ, ਸਾਰੇ ਰੰਗਾਂ ਨਾਲ ਭਰਿਆ ਹੋਇਆ। ਜਿਹੜਾ ਖਸਮ ਪਰਮਾਤਮਾ ਹੈ ਨਾ, ਕੰਤ ਵਾਹਿਗੁਰੂ ਹੈ, ਉਹ ਸੋਹਣਾ ਹੈ, ਵੱਡਾ ਬੇਮੁਹਤਾਜ, ਤੇ ਬੜਾ ਬੇਮੁਹਤਾਜ ਹੈ। ਉਸ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ, ਉਹ ਕਿਸੇ ਦਾ ਮੁਹਤਾਜ ਨਹੀਂ ਹੈ, ਉਹ ਕਿਸੇ ਤੋਂ ਆਸ਼ਰਿਤ ਨਹੀਂ ਹੈ। ਤੇ ਅਗਲੇ ਵਚਨ ਕੀਤੇ ਬਾਬਾ ਜੀ ਦੇ ਪਰਥਾਏ ਗੁਰੂ ਅਰਜਨ ਦੇਵ ਜੀ ਨੇ। ਫਰੀਦ ਜੀ ਜੋ ਗੱਲ ਕਹਿਣਾ ਚਾਹੁੰਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ, ਅੱਲਾ ਸੇਤੀ ਰਤਿਆ
ਇਹ ਸਚਾਵਾ ਸਾਜ। ਇਹ ਪਿਛਲ ਰਾਤ ਜਾਗ ਕੇ ਕਿਉਂ ਪਰਮਾਤਮਾ ਦਾ ਸਿਮਰਨ ਕਰਨਾ ਹੈ, ਵਾਹਿਗੁਰੂ ਦੇ ਵਿੱਚ ਕਿਉਂ ਰਤਿਆ ਜਾਣਾ। ਇਹ ਬਾਬਾ ਫਰੀਦ ਜੀ ਨੇ ਕਿਹਾ ਵੀ ਤੈਂ ਰੱਬ ਵਿਸਾਰਿਆ, ਪਿਛਲ ਰਾਤੀ ਜਾਗ ਕੇ ਰੱਬ ਨੂੰ ਯਾਦ ਕਰਨਾ, ਤੂੰ ਯਾਦ ਹੀ ਨਹੀਂ ਕਰਦਾ। ਰੱਬ ਪਰ ਤੇਰੇ ਅਮਲਾਂ ਨੂੰ ਵੇਖ ਰਿਹਾ, ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਹੈ, ਅੰਮ੍ਰਿਤ ਵੇਲੇ ਯਾਦ ਨਹੀਂ ਕਰਦਾ। ਤੇ ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ ਅੰਮ੍ਰਿਤ ਵੇਲੇ ਯਾਦ ਕਰਨਾ ਹੈ। ਬਾਬਾ ਫਰੀਦ ਜੀ ਕਹਿੰਦੇ ਰੱਬ ਨਾਲ ਜੁੜਨਾ ਹੈ, ਕਿਉਂਕਿ ਅੱਲਾ ਸੇਤੀ ਰਤਿਆ। ਅੱਲਾ ਦਾ ਅਰਥ ਹੈ ਪਰਮਾਤਮਾ ਦੇ ਨਾਲ। ਆਓ ਅੰਮ੍ਰਿਤ ਵੇਲੇ ਉੱਠ ਕੇ ਜੇ ਰੱਬ ਨਾਲ ਰੰਗੇ ਜਾਈਏ, ਪਰਮਾਤਮਾ ਦੇ ਨਾਲ ਸਾਂਝ ਬਣਾ ਲਈਏ ਅੰਮ੍ਰਿਤ ਵੇਲੇ ਉੱਠ ਕੇ। ਕਿਉਂਕਿ ਅੰਮ੍ਰਿਤ ਵੇਲੇ ਦਾ ਉਹ ਸਮਾਂ ਹੈ ਜਦੋਂ ਸਾਡੀਆਂ ਸੰਸਾਰੀ ਚੀਜ਼ਾਂ ਦੀ ਜਿਹੜੀ ਰੂਪ ਰੇਖਾ ਹੈ ਉਹ ਸਾਡੀ ਅੱਖਾਂ ਦੇ ਸਾਹਮਣੇ ਘਟ ਆਉਂਦੀ ਹੈ। ਜਿਸ ਤਰ੍ਹਾਂ ਕਹਿ ਲਵਾਂ ਕਿ ਸੰਸਾਰ ਦੀ ਜਿਹੜੀ ਇਹ ਮਾਇਆ ਹੈ, ਅੰਮ੍ਰਿਤ ਵੇਲੇ ਇਸ ਦਾ ਪ੍ਰਭਾਵ ਘੱਟ ਹੁੰਦਾ ਹੈ। ਇਸ ਨੂੰ ਦਾਸ ਨੇ ਇਸ ਤਰ੍ਹਾਂ ਅਨੁਭਵ ਕੀਤਾ। ਤੁਸੀਂ ਕਦੇ ਧਿਆਨ ਨਾਲ ਤੱਕਣਾ, ਸਮੁੰਦਰ ਦੇ ਕਿਨਾਰੇ ਤੇ ਜਾਣਾ ਅੰਮ੍ਰਿਤ ਵੇਲੇ ਉੱਠ ਕੇ, ਕਦੀ ਸਮਾਂ ਮਿਲੇ। ਅੰਮ੍ਰਿਤ ਵੇਲੇ ਤੇ ਸਮੁੰਦਰ ਵੀ ਸ਼ਾਂਤ ਹੁੰਦਾ ਹੈ, ਪਰ ਉਹੀ ਸਮੁੰਦਰ ਜਿਹੜਾ ਅੰਮ੍ਰਿਤ ਵੇਲੇ ਬਿਲਕੁਲ ਸ਼ਾਂਤ ਸੀ, ਜਿਸ ਦੇ ਵਿੱਚ ਕੋਈ ਰਵਾਨਗੀ ਨਹੀਂ ਸੀ, ਜਿਸ ਦੇ ਅੰਦਰ ਕੋਈ ਆਵਾਜ਼ ਨਹੀਂ ਸੀ, ਸ਼ਾਮ ਤੱਕ ਵੇਖੋ ਕਿ ਉਹੀ ਸਮੁੰਦਰ ਦੀਆਂ ਵੱਡੀਆਂ ਵੱਡੀਆਂ ਸਾਲਾਂ ਆਵਾਜ਼ਾਂ ਵੀ ਕਰਦੀਆਂ ਨੇ ਤੇ ਅਸ਼ਾਂਤੀ ਜਿਹੀ ਪ੍ਰਗਟ ਕਰਦੀਆਂ। ਕਈ ਵਾਰੀ ਚੀਜ਼ਾਂ ਨੂੰ, ਬਾਣੀ ਜੋ ਅਸੀਂ ਪੜ੍ਹਦੇ ਹਾਂ ਨਾ, ਇਹਨਾਂ ਨੂੰ ਅਸੀਂ ਅਨੁਭਵ ਕਰਨਾ ਹੈ। ਇਤਨਾ ਵੱਡਾ ਸਮੁੰਦਰ ਅੰਮ੍ਰਿਤ ਵੇਲੇ ਉਹ ਵੀ ਸ਼ਾਂਤ ਹੈ, ਤੇ ਤੁਸੀਂ ਵੇਖੋ ਕਿ ਪਰਮਾਤਮਾ ਦੀ ਮਾਇਆ ਦਾ ਪ੍ਰਭਾਵ ਕਿ ਸ਼ਾਮ ਤੱਕ ਸਮੁੰਦਰ ਵੀ ਵੱਡੀ ਵੱਡੀ ਲਹਿਰਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਬੜੀ ਆਵਾਜ਼ਾਂ ਉਸ ਦੇ ਵਿੱਚੋਂ ਆਉਂਦੀਆਂ ਨੇ ਜਦੋਂ ਲਹਿਰਾਂ ਆਉਂਦੀਆਂ ਨੇ। ਇਹਦਾ ਅਰਥ ਪ੍ਰਭਾਵ ਹੈ। ਜਿਸ ਤਰ੍ਹਾਂ ਇਹ ਗਰਦਿਸ਼ ਕੁਦਰਤੀ ਹੈ, ਅੰਮ੍ਰਿਤ ਵੇਲੇ ਸ਼ਾਂਤ ਹੈ ਕਿਉਂਕਿ ਹਾਲੇ ਸੂਰਜ ਨਹੀਂ ਚੜ੍ਹਿਆ। ਜਿਵੇਂ ਜਿਵੇਂ ਸੂਰਜ ਚੜ੍ਹੇਗਾ ਔਰ ਸੂਰਜ ਜਿਵੇਂ ਜਿਵੇਂ ਚੜ੍ਹਦਾ ਜਾਵੇਗਾ ਉਸ ਦੇ ਨਾਲ ਹੀ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਸ਼ਾਮ ਦੇ ਟਾਈਮ ਤੇਜ਼ ਲਹਿਰਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਕੁਦਰਤੀ ਪ੍ਰਭਾਵ ਹੈ। ਇਸ ਤਰ੍ਹਾਂ ਹੀ ਮਨੁੱਖ ਦੇ ਉੱਤੇ ਕੁਦਰਤੀ ਪ੍ਰਭਾਵ ਇਸ ਮਾਇਆ ਦਾ। ਅੰਮ੍ਰਿਤ ਵੇਲੇ ਜਦੋਂ ਮਨੁੱਖ ਉੱਠਦਾ ਹੈ, ਉਸ ਵੇਲੇ ਇਸ ਮਾਇਆ ਦਾ ਪ੍ਰਭਾਵ ਨਹੀਂ, ਨਾ ਰੂਪ ਦਾ, ਰੰਗ ਦਾ, ਧਨ ਦਾ, ਇਹਨਾਂ ਪਦਾਰਥਾਂ ਦਾ। ਪਰ ਜਿਵੇਂ ਦਿਨ ਚੜ੍ਹਦਾ ਹੈ ਤੇ ਇਹ ਪਦਾਰਥ ਜਿਹੜੇ ਨੇ ਨਾ ਖਿੱਚਦੇ ਨੇ, ਰੂਪ ਰੰਗ ਸੰਸਾਰ ਦਾ ਆਪਣੇ ਵੱਲ ਖਿੱਚਦਾ ਹੈ, ਵਾਸਨਾਵਾਂ ਮਨੁੱਖ ਨੂੰ ਆਪਣੇ ਵੱਲ ਖਿੱਚਦੀਆਂ ਨੇ, ਕਿਉਂਕਿ ਜਗਤ ਦਾ ਪ੍ਰਭਾਵ ਸੁਭਾਵਿਕ ਹੈ ਮਨੁੱਖ ਦੇ ਉੱਤੇ ਪੈਣਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਪਿਤਾ ਆਖ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਹੇ ਫਰੀਦ, ਜੇ ਰੱਬ ਨਾਲ ਰੰਗੇ ਜਾਈਏ, ਰੱਬ ਨਾਲ ਸਾਂਝ ਬਣਾ ਲਈਏ, ਅੱਲਾ ਸੇਤੀ ਰਤਿਆ, ਅੱਲਾਹ ਪਰਮਾਤਮਾ ਦੇ ਨਾਲ ਰਤੇ ਜਾਈਏ, ਤਾਂ ਕੀ ਹੋਏਗਾ। ਕਹਿੰਦੇ ਇਹ ਸਚਾਵਾਂ ਸਾਜ। ਆਖਣ ਲੱਗੇ ਤਾਂ ਮਨੁੱਖ ਨੂੰ ਵੀ ਰੱਬ ਵਾਲਾ ਇਹ ਸੋਹਣਾ ਤੇ ਬੇਮੁਹਤਾਜੀ ਵਾਲਾ ਰੂਪ ਮਿਲ ਜਾਂਦਾ ਹੈ। ਇਹ ਸਚਾਵਾਂ, ਸੱਚ ਵਾਲਾ, ਪਰਮਾਤਮਾ ਵਾਲਾ। ਸਾਜ ਦਾ ਅਰਥ ਹੈ ਇਹ ਰੂਪ ਰੰਗਾਵਲਾ ਤੇ ਬੇਮੁਹਤਾਜ ਹੈ ਨਾ ਪਰਮਾਤਮਾ। ਤੇ ਜਿਹੜੇ ਪਰਮਾਤਮਾ ਵਿੱਚ ਰੰਗੇ ਜਾਂਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦੇ ਨੇ, ਉਸ ਦੇ ਨਾਲ ਆਪਣੇ ਮਨ ਨੂੰ ਜੋੜਦੇ ਨੇ, ਉਸ ਦਾ ਧਿਆਨ ਧਰਦੇ ਨੇ ਨਾ, ਤੇ ਉਹ ਰੱਬ ਵਰਗੇ ਹੋ ਜਾਂਦੇ ਹੈ। ਉਸ ਦੀ ਯਾਦ ਰੱਬ ਵਰਗਾ ਕਰ ਦਿੰਦੀ ਹੈ। ਕਿਉਂਕਿ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਪਰਮਾਤਮਾ ਨੂੰ ਧਿਆ ਲਿਆ, ਹਰੀ ਨਿਰਭਉ ਨਾਲ ਜਿਨ੍ਹਾਂ ਦੀ ਸਾਂਝ ਬਣ ਗਈ, ਉਹਨਾਂ ਦੇ ਜੀਵਨ ਵਿੱਚੋਂ ਸਾਰੇ ਡਰ ਜਿਹੜੇ ਨੇ ਉਹ ਮੁੱਕ ਜਾਂਦੇ ਨੇ। ਪਰਮਾਤਮਾ ਨਿਰਭਉ ਹੈ ਤੇ ਰੱਬ ਨੂੰ
ਸਿਮਰਨ ਵਾਲੇ ਵੀ ਨਿਰਭਉ ਬਣ ਜਾਂਦੇ ਨੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਦੇ ਨਾਲ ਸਾਂਝ ਬਣਾਉਂਦੇ ਨੇ। ਗੁਰਬਾਣੀ ਨੇ ਕਿਹਾ ਕਿ ਇੱਕ ਵੇਲਾ ਤੇ ਤੇਰੇ ਵਾਸਤੇ ਫਿਕਸ ਹੈ, ਅੰਮ੍ਰਿਤ ਵੇਲਾ ਨਾਮ ਜਪਣ ਵਾਸਤੇ। ਬਾਕੀ 7 ਪਹਿਰ ਵੀ ਸਿੱਖ ਨੇ ਕਿਵੇਂ ਜਿਉਣਾ ਹੈ? ਤੇ ਗੁਰੂ ਅੰਗਦ ਦੇਵ ਜੀ ਪਿਤਾ ਆਖਦੇ ਨੇ, 7 ਪੈਰੀ 7 ਭਲਾ ਬਹੀਆਂ ਪੜਿਆਂ ਪਾਸ। ਇੱਕ ਪੈਰ ਫਿਕਸ ਕੀਤਾ ਅੰਮ੍ਰਿਤ ਵੇਲੇ ਦਾ ਗੁਰੂ ਸਾਹਿਬ ਜੀ ਨੇ, ਰੱਬ ਦੀ ਬੰਦਗੀ ਦਾ। ਬਾਕੀ ਦੇ ਜਿਹੜੇ 7 ਪੈਰ ਨੇ ਤੇ ਖਿਆਲ ਕਰਨਾ, ਉਹ ਵੀ ਸਿੱਖ ਨੇ ਗੁਰੂ ਨੂੰ ਪੁੱਛ ਕੇ ਜਿਉਣੇ। ਭਾਵੇਂ ਬਾਕੀ 7 ਪੈਰਾਂ ਵਿੱਚ ਸੰਸਾਰ ਦੇ ਹੋਰ ਚੀਜ਼ਾਂ ਜੁੜੀਆਂ ਨੇ, ਕੰਮਕਾਰ ਜੁੜੇ ਨੇ, ਪਰਿਵਾਰ ਜੁੜਿਆ ਹੋਇਆ ਔਰ ਸਾਡੇ ਸੰਸਾਰੀ ਕਾਰਜ ਜੁੜੇ ਹੋਏ ਨੇ, ਪਰ ਉਹਨਾਂ ਸੰਸਾਰੀ ਕਾਰਜਾਂ ਵਿੱਚ ਵਿਚਰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਵਿਚਰਦਿਆਂ ਹੋਇਆਂ, ਦੋਸਤਾਂ ਮਿੱਤਰਾਂ ਵਿੱਚ ਵਿਚਰਦਿਆਂ ਹੋਇਆਂ ਸਿੱਖ ਨੂੰ ਇਹ ਗੱਲ ਚੇਤੇ ਰੱਖਣੀ ਹੈ ਕਿ 7 ਪੈਰੀ 7 ਭਲਾ। 7 ਨਾਲ ਜੁੜਨਾ ਭਲਾ ਹੈ। 7 ਪੈਰਾਂ ਦੇ ਵਿੱਚ ਬਹੀਆਂ ਪੜਿਆਂ ਪਾਸ। ਉਹਨਾਂ ਕੋਲ ਬਹਿਣਾ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਇਸ ਹੁਕਮ ਨੂੰ ਬੁੱਝ ਲਿਆ, ਪੜ੍ਹ ਲਿਆ, ਸਮਝ ਲਿਆ, ਜਿਨ੍ਹਾਂ ਨੇ ਰੱਬੀ ਨੇਮ ਨੂੰ ਪੜ੍ਹ ਲਿਆ ਹੈ, ਜਿਹੜੇ ਪੜ੍ਹੇ ਲਿਖੇ ਨੇ। ਮਾਫ਼ ਕਰਨਾ, ਗੁਰਮਤ ਉਹਨਾਂ ਨੂੰ ਪੜ੍ਹੇ ਲਿਖੇ ਨਹੀਂ ਮੰਨਦੀ ਜਿਨ੍ਹਾਂ ਨੇ ਦੁਨਿਆਵੀ ਡਿਗਰੀਆਂ ਤੇ ਕਰ ਲਈਆਂ ਔਰ ਜਿਨ੍ਹਾਂ ਨੂੰ ਸੰਸਾਰ ਵਿੱਚ ਜਿਉਣਾ ਨਹੀਂ ਆਇਆ, ਪਰਿਵਾਰ 'ਚ ਰਹਿਣਾ ਨਹੀਂ ਆਇਆ, ਜਿਨ੍ਹਾਂ ਨੂੰ ਜੀਵਨ ਦੀ ਜੁਗਤੀ ਨਹੀਂ ਆਈ। ਗੱਲ ਤਾਂ ਇਹ ਹੈ ਕਿ ਤੂੰ ਪੜ੍ਹ, ਗੁਰਬਾਣੀ ਨਹੀਂ ਰੋਕਦੀ। ਗੁਰਬਾਣੀ ਮੁਤਾਬਿਕ ਸਿੱਖ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ, ਦੁਨਿਆਵੀ ਗਿਆਨ ਵੀ ਚਾਹੀਦਾ ਹੈ, ਪਰ ਨਾਲ ਨਾਲ ਗੁਰੂ ਸਾਹਿਬ ਨੇ ਕਿਹਾ ਕਿ ਗੁਰਮਤ ਨੂੰ ਵੀ ਪੜ੍ਹ, ਕਿਉਂਕਿ ਸੋ ਪੜ੍ਹਿਆ ਸੋ ਪੰਡਿਤ ਵੀ ਨਾ ਜਿਸ ਰਾਮ ਨਾਮ ਗਲਹਾਰ। ਜਿਸ ਦੇ ਗਲੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਹਾਰ ਹੈ, ਉਹ ਪੜ੍ਹਿਆ ਲਿਖਿਆ ਹੈ। ਔਰ ਸੱਚ ਜਾਣਨਾ, ਜਿਹਨੇ ਪੜ੍ਹ ਲਿਖ ਕੇ ਕੇਵਲ ਹੰਕਾਰ ਹੀ ਇਕੱਠਾ ਕੀਤਾ ਹੈ, ਮਾਣ ਹੀ ਇਕੱਠਾ ਕੀਤਾ ਹੈ, ਤੇ ਗੁਰਮਤ ਕਹਿੰਦੀ ਉਹ ਪੜ੍ਹਾ ਲਿਖਾ ਵੀ ਕਿਸੇ ਕੰਮ ਦਾ ਨਹੀਂ। ਫਿਰ ਤਾਂ ਪੜ੍ਹਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰ। ਮਰ ਕਹਿੰਦੇ ਜਿਸ ਦੇ ਅੰਦਰ ਲਬ ਹੈ, ਲੋਭ ਹੈ, ਅਹੰਕਾਰ ਹੈ, ਉਹ ਪੜ੍ਹਾ ਲਿਖਾ ਮਨੁੱਖ ਵੀ ਮੂਰਖ ਹੈ। ਪਰ ਇੱਥੇ ਪੜ੍ਹਿਆ ਲਿਖਿਆ ਸਿਆਣਾ ਸਮਝਦਾਰ ਉਹ ਹੈ ਜਿਸ ਨੇ ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ ਲਈ ਹੈ। ਸੋ ਅੰਮ੍ਰਿਤ ਵੇਲੇ ਤਾਂ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਗਲੇ ਵਿੱਚ ਪਾ ਲਿਆ ਹੈ। ਪਾਓ ਕਿ 8 ਪੈਰ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਜੀ ਦੀ ਯਾਦ ਹੈ, ਉਹਨਾਂ ਕੋਲ ਉੱਠਣਾ ਬਹਿਣਾ ਸਿੱਖ ਨੇ। ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ, ਮੈਂ ਤਾਂ ਆਪਣੇ ਵੱਲੋਂ ਸਿਰਫ ਵਿਚਾਰ ਕਰ ਰਿਹਾ। ਇਹ ਮੇਰੀ ਵਿਚਾਰ ਨਹੀਂ, ਇਹ ਗੁਰੂ ਸਾਹਿਬ ਜੀ ਦੀ ਵਿਚਾਰ ਹੈ ਵੀ ਸਿੱਖ ਨੇ ਬਾਕੀ ਪਹਿਰਾਂ ਦੇ ਵਿੱਚ ਵੀ ਪੜ੍ਹੇ ਲਿਖਿਆਂ ਦੇ ਕੋਲ ਬਹਿਣਾ, ਤੇ ਪੜ੍ਹੇ ਲਿਖੇ ਉਹਨੇ ਗੁਰਮਤ ਦੇ ਮੁਤਾਬਿਕ ਜਿਨ੍ਹਾਂ ਦੇ ਗਲੇ ਵਿੱਚ ਪਰਮਾਤਮਾ ਦੇ ਨਾਮ ਦਾ ਹਾਰ ਹੈ। ਆਓ ਕਿ ਪਰਮਾਤਮਾ ਦੀ ਯਾਦ ਜਿਨ੍ਹਾਂ ਦੇ ਜੀਵਨ ਵਿੱਚ ਹੈ, ਜਿਹੜੇ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਨੇ, ਜਿਨ੍ਹਾਂ ਨੇ ਇਹ ਜੀਵਨ ਦਾ ਆਧਾਰ ਬਣਾ ਲਿਆ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਜਿਨ੍ਹਾਂ ਨੇ ਇਹ ਗੱਲ ਪੱਕੀ ਕਰ ਲਈ ਹੈ ਕਿ ਸਾਜ ਸਾਜ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਫਰੀਦ ਜੀ ਵੀ ਅੰਮ੍ਰਿਤ ਵੇਲੇ ਉੱਠ ਕੇ ਜੇ ਰੱਬ ਨਾਲ ਰੰਗੇ ਜਾਈਏ ਨਾ, ਤਾਂ ਮਨੁੱਖ ਵੀ ਰੱਬ ਵਾਲਾ ਸੋਹਣਾ ਅਤੇ ਬੇਮੁਹਤਾਜ ਰੂਪ ਵਾਲਾ ਬਣ ਜਾਂਦਾ ਹੈ। ਇਹ ਸਚਾਵਾਂ ਸਾਜ ਪਾਓ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ। ਇਸ ਨੂੰ ਕਿਸੇ ਦੀ ਮੁਹਤਾਜੀ ਨਹੀਂ ਰਹਿੰਦੀ ਜਦੋਂ ਪਰਮਾਤਮਾ ਦੇ ਨਾਲ ਇਹ ਆਪਣੇ ਮਨ ਨੂੰ ਜੋੜ ਲੈਂਦਾ ਹੈ। ਫਿਰ ਤਾਂ ਉਹ ਕਹਿ ਉੱਠਦਾ, ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੂੰਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵੇ ਖਾਏ ਖਰਚ ਰਹਿਣ ਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ। ਇੱਥੇ ਤੱਕ ਪਹੁੰਚ ਜਾਂਦਾ ਹੈ। ਫਿਰ ਅਗਲੇ ਬਚਨ ਕੀਤੇ ਬਾਬਾ ਫਰੀਦ ਜੀ ਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਨੇ। ਮਹਿਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ। ਆਖਣ ਲੱਗੇ ਗੁਰੂ ਅਰਜਨ ਦੇਵ ਜੀ, ਫਰੀਦਾ ਦਾ ਅਰਥ ਹੈ ਹੇ ਫਰੀਦ, ਦੁੱਖ ਸੁੱਖ ਇੱਕ ਕਰ।
ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅਭਿਆਸ ਨਾਲ ਜੀਵਨ ਵਿੱਚ ਜੋ ਵਾਪਰਨ ਵਾਲੇ ਦੁੱਖ ਨੇ, ਸੁੱਖ ਨੇ, ਉਹਨਾਂ ਨੂੰ ਇੱਕੋ ਜਿਹਾ ਜਾਣ। ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰ। ਜਿਵੇਂ ਜਿਵੇਂ ਰੱਬ ਦੇ ਯਾਦ ਦੇ ਅਭਿਆਸ ਨਾਲ ਜੀਵਨ ਵਿੱਚ ਇਹ ਦੁੱਖ ਸੁੱਖ ਵਾਪਰ ਰਹੇ ਨੇ ਨਾ, ਇਹਨਾਂ ਨੂੰ ਇੱਕ ਜਾਣ ਵੀ ਦੋਨੋਂ ਇੱਕ ਹੀ ਨੇ। ਇਹ ਗੱਲ ਪੱਕੀ ਗੱਲ ਹੈ ਜੀਵਨ 'ਚ, ਅੰਮ੍ਰਿਤ ਵੇਲੇ ਦੇ ਅਭਿਆਸ ਨਾਲ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਹ ਦੋ ਕੱਪੜੇ ਨੇ। ਦੋਨਾਂ ਨੂੰ ਇੱਕ ਸਮਾਨ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਸੁਖ ਦੁਖ ਦੋਨੋਂ ਸਮਕਰ ਜਾਣੈ ਔਰ ਮਾਨ ਅਪਮਾਨਾ, ਉਸਤਤ ਨਿੰਦਾ ਦੋ ਤਿਆਗੈ ਖੋਜੇ ਪਦ ਨਿਰਵਾਨਾ। ਪਰ ਨਾਲ ਕਹਿ ਦਿੱਤਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ। ਇਹ ਖੇਡ ਹੈ ਔਖੀ ਥੋੜੀ ਜਿਹੀ ਪਿਆਰਿਓ। ਦੁੱਖ ਸੁੱਖ ਇੱਕ ਸਮਾਨ ਕਰਨਾ, ਕਿਉਂਕਿ ਮਨੁੱਖੀ ਬਿਰਤੀ ਜਿਹੜੀ ਹੈ ਨਾ, ਇਹ ਦੁੱਖ ਦੇ ਵਿੱਚ ਘਬਰਾ ਜਾਂਦਾ ਹੈ ਤੇ ਸੁੱਖ ਦੇ ਨਾਲ ਪਿਆਰ ਪਾ ਲੈਂਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਆਖ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅਭਿਆਸ ਨਾਲ ਜੀਵਨ ਵਿੱਚ ਜਿਹੜੇ ਵਾਪਰਨ ਵਾਲੇ ਦੁੱਖ ਸੁੱਖ ਨੇ ਨਾ, ਇਹਨਾਂ ਨੂੰ ਇੱਕੋ ਜਿਹਾ ਜਾਣ। ਜਿਵੇਂ ਭਾਈ ਭਿਖਾਰੀ ਨੇ ਗੁਜਰਾਤ ਦੀ ਧਰਤੀ ਤੇ ਰਹਿਣ ਵਾਲਾ ਸੀ, ਉਹਨੇ ਕਰਕੇ ਵਿਖਾਇਆ ਸੀ ਹੈ ਜੀ। ਸੁਖ ਦੁੱਖ ਦੋਨੋਂ ਸਮ ਕਰ ਜਾਣਾ, ਬਰਾਬਰ। ਔਰ ਮੈਂ ਇੱਕ ਬੇਨਤੀ ਕਰਾਂ, ਜੋ ਅਨੁਭਵ ਜੀਵਨ 'ਚ ਗੁਰੂ ਨੇ ਬਖਸ਼ਿਆ, ਬੜਾ ਔਖਾ ਕੰਮ ਜੇ। ਕਾਫੀ ਅਭਿਆਸੀ ਪੁਰਖਾਂ ਨੂੰ ਵੀ ਦੇਖਿਆ ਕਿ ਜਦੋਂ ਸੁੱਖ ਆਉਂਦਾ, ਕੁਦਰਤੀ ਸੁੱਖ ਵਾਲੇ ਪਾਸੇ ਤੁਰ ਪੈਂਦੇ ਨੇ, ਤੇ ਦੁੱਖ ਆਉਂਦਾ ਤੇ ਘਬਰਾ ਜਾਂਦੇ ਨੇ, ਦੁਖੀ ਨਜ਼ਰ ਆਉਂਦੇ ਨੇ। ਇਸ ਦਾ ਅਰਥ ਹੈ ਕਿ ਬਹੁਤ ਹੀ ਅਭਿਆਸ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ ਬਿਰਤੀ ਬਣਾਉਣ ਨੂੰ। ਅਭਿਆਸ ਚਾਹੀਦਾ ਹੈ ਜੀ। ਚਮਕੌਰ ਸਾਹਿਬ ਦੀ ਗੜੀ ਵਿੱਚ ਨਾ, ਸਤਿਗੁਰੂ ਜੀ ਆਪਣੇ ਦੋਵੇਂ ਸਾਹਿਬਜ਼ਾਦਾ ਦੇ ਕੋਲ ਨੂੰ ਬਿਨਾਂ ਕਫਨ ਪਾਏ ਲੰਘ ਜਾਂਦੇ ਨੇ। ਇਹ ਅਭਿਆਸ ਤੋਂ ਬਿਨਾਂ ਨਹੀਂ ਹੈ। ਤੁਸੀਂ ਕਹੋਗੇ ਉਹ ਤਾਂ ਗੁਰੂ ਸਨ, ਪਰ ਉਹਨਾਂ ਦਾ ਵੀ ਅਭਿਆਸ ਸੀ, ਉਹਨਾਂ ਦਾ ਵੀ ਸਿਮਰਨ ਸੀ, ਉਹਨਾਂ ਦੀ ਵੀ ਸਾਧਨਾ ਸੀ। ਐਵੇਂ ਨਹੀਂ। ਇਸ ਬਿਰਤੀ ਨੂੰ, ਕਿਉਂਕਿ ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਰਾਜੇ ਮਹਾਰਾਜੇ, ਤੁਸੀਂ ਦੇਖੋ ਨਾ, ਦਸ਼ਰਥ ਜੀ ਦੇ ਜਦੋਂ ਪੁੱਤਰ ਰਾਮਚੰਦ ਜੀ ਨੂੰ 14 ਸਾਲ ਦਾ ਬਨਵਾਸ ਹੋਇਆ ਨਾ, ਤੇ ਉਹ ਵਿਛੋੜਾ ਸਹਿ ਨਹੀਂ ਸਕੇ ਸਨ। ਮਹਿਲਾਂ ਦੇ ਉੱਤੇ ਉਦੋਂ ਤੱਕ ਦੇਖਦੇ ਰਹੇ ਜਦੋਂ ਤੱਕ ਉਹ ਅੱਖਾਂ ਤੋਂ ਓਲੇ ਨਾ ਹੋ ਗਏ। ਔਰ ਜਦੋਂ ਹੀ ਅੱਖਾਂ ਤੋਂ ਓਲੇ ਹੋਏ, ਉਸ ਵੇਲੇ ਗਸਤ ਖਾ ਕੇ ਡਿੱਗ ਗਏ ਤੇ ਮੌਤ ਹੋ ਗਈ। ਬੜਾ ਔਖਾ ਕੰਮ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਪਿਤਾ ਆਖ ਰਹੇ ਨੇ ਕਿ ਅੰਮ੍ਰਿਤ ਵੇਲੇ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੀਏ, ਰੱਬ ਦੇ ਨਾਮ ਦਾ ਅਭਿਆਸ ਕਰੀਏ, ਤੇ ਜੀਵਨ ਵਿੱਚ ਜੋ ਵਾਪਰਨ ਵਾਲੇ ਦੁੱਖ ਸੁੱਖ, ਕਿਉਂਕਿ ਇਹ ਵਾਪਰਨਗੇ ਜ਼ਰੂਰ। ਦੁੱਖ ਵੀ ਆਉਣਾ, ਸੁੱਖ ਵੀ ਆਉਣਾ, ਖੁਸ਼ੀ ਵੀ ਹੈ, ਗਮੀ ਵੀ ਹੈ। ਪਰ ਸਿੱਖ ਨੇ ਇਸ ਤਰ੍ਹਾਂ ਰੱਖਣਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਫਿਰ ਕਹਿਣ ਲੱਗੇ, ਦਿਲ ਤੇ ਲਾਹੇ ਵਿਕਾਰ, ਤੇ ਦਿਲ ਤੋਂ ਪਾਪ ਕੱਢ ਦੇ। ਦਿਲ ਦੇ ਵਿੱਚ ਜੋ ਪਾਪ ਨੇ, ਦਿਲ ਦੇ ਅੰਦਰ ਜੋ ਵਿਕਾਰ ਨੇ, ਉਹਨਾਂ ਵਿਕਾਰਾਂ ਨੂੰ ਜੀਵਨ ਵਿੱਚੋਂ ਕੱਢ ਦੇ, ਉਹਨਾਂ ਪਾਪਾਂ ਨੂੰ ਜੀਵਨ ਵਿੱਚੋਂ ਦੂਰ ਕਰ ਦੇ। ਪਿਆਰ ਪਾਲਿਓ, 10 ਤਰ੍ਹਾਂ ਦੇ ਪਾਪ ਮੰਨੇ ਵਿਦਵਾਨਾਂ ਨੇ, 10 ਪ੍ਰਕਾਰ ਦੇ ਪਾਪ। 4 ਪਾਪ ਸਾਡੀ ਜ਼ਮਾਨ ਕਰਦੀ ਹੈ, ਜੇਵਾ ਕਰਦੀ ਹੈ। ਪਹਿਲਾ ਪਾਪ ਕਰਦੀ ਹੈ ਫਿੱਕਾ ਬੋਲਣਾ, ਦੂਜਾ ਪਾਪ ਕਰਦੀ ਹੈ ਰਸਨਾ ਨਿੰਦਾ ਕਰਨੀ, ਤੀਜਾ ਪਾਪ ਕਰਦੀ ਹੈ ਝੂਠ ਬੋਲਣਾ, ਚੌਥਾ ਪਾਪ ਚੁਗਲੀ ਕਰਨੀ। ਇਹ 4 ਪਾਪ ਸਾਡੀ ਇਹ ਜੇਵਾ ਕਰਦੀ ਹੈ। ਕਿਸੇ ਦਿਨ ਫਿਰ ਇਸ ਦਾ ਵਿਸਥਾਰ ਕਰਾਂਗੇ, ਕਿਉਂਕਿ ਅਗਲੇ ਸ਼ਲੋਕ ਵਿਚਾਰਨੇ ਨੇ। ਔਰ ਜੋ 3 ਪਾਪ ਜਿਹੜੇ ਨੇ, ਉਹ ਸੱਚ ਜਾਣਨਾ ਸਾਡਾ ਤਨ ਕਰਦਾ ਹੈ।
ਸਾਡੇ ਅੰਦਰ ਵਾਸਨਾ ਹੈ। ਸਰੀਰ ਦੇ ਅੰਦਰ, ਸਰੀਰ ਦੇ 3 ਪਾਪ ਨੇ, ਵਾਸਨਾ, ਹਿੰਸਾ ਤੇ ਚੋਰੀ। ਇਹ ਸਰੀਰ ਕਰਦਾ ਹੈ। ਔਰ 3 ਪਾਪ ਦੇ ਮੰਨਦੇ ਨੇ ਬੁਰਾ ਚਿਤਵਨਾ ਹੈ ਜੀ, ਮਨ ਬੁਰਾ ਚਿਤਵਦਾ ਹੈ। ਈਰਖਾ ਕਰਨੀ, ਇਹ ਮਨ ਦੇ ਪਾਪ ਨੇ। ਕਪਟ ਕਰਨਾ, ਚਾਰ ਪਾਪ ਨੇ ਰਸਨਾ ਦੇ, 3 ਪਾਪ ਨੇ ਸਰੀਰ ਦੇ, ਔਰ 3 ਪਾਪ ਨੇ ਮਨ ਦੇ। ਇੱਕ ਵਾਰੀ ਫਿਰ ਦੁਹਰਾ ਕੇ ਅੱਗੇ ਚਲਾਂ ਕਿ ਜੀਵ ਦੇ 4 ਪਾਪ ਨੇ, ਫਿੱਕਾ ਬੋਲਣਾ, ਨਿੰਦਾ ਕਰਨੀ, ਝੂਠ ਬੋਲਣਾ, ਚੁਗਲੀ ਕਰਨੀ। ਸਰੀਰ ਦੇ ਪਾਪ ਨੇ ਵਾਸਨਾ ਹੈ, ਹਿੰਸਾ ਹੈ, ਚੋਰੀ ਹੈ, ਤੇ ਮਨ ਦੇ ਪਾਪ ਨੇ ਬੁਰਾ ਚਿਤਵਨਾ। ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਸਿੱਖ ਨੇ ਮਨ ਦੇ ਵਿੱਚ ਕਿਸੇ ਦਾ ਬੁਰਾ ਨਹੀਂ ਚਿਤਵਨਾ। ਇਹ ਪਾਪ ਹੋ ਰਿਹਾ ਹੈ। ਭਾਵੇਂ ਆਪਾਂ ਕਹੀ ਜਾਈਏ ਵੀ ਸਰੀਰ ਕਰਕੇ ਅਸੀਂ ਜੀ ਕੋਈ ਪਾਪ ਨਹੀਂ ਕਰਦੇ, ਪਰ ਜੋ ਅੰਦਰ ਚੱਲ ਰਿਹਾ ਇਹ ਵੀ ਤਾਂ ਪਾਪ ਹੈ ਨਾ। ਮਨ ਹੀ ਮਨ ਦੂਜੇ ਦਾ ਬੁਰਾ ਸੋਚੀ ਜਾਣਾ। ਇੱਕ ਨੇ ਬੁਰਾ ਤੁਹਾਡੇ ਨਾਲ ਕਰ ਦਿੱਤਾ ਤੇ ਤੁਸੀਂ ਬੁਰਾ ਸੋਚ ਲਿਆ, ਬਰਾਬਰ ਹੀ ਨੇ ਦੋਵੇਂ। ਕਿਉਂਕਿ ਉਹ ਕਰ ਸਕਦਾ ਸੀ, ਉਸਨੇ ਤੁਹਾਡੇ ਨਾਲ ਬੁਰਾ ਕਰ ਦਿੱਤਾ। ਤੁਸੀਂ ਬੁਰਾ ਸੋਚ ਸਕਦੇ, ਤੁਸੀਂ ਸੋਚ ਲਿਆ ਵੀ ਰੱਬ ਇਹਦਾ ਬੁਰਾ ਕਰੇ, ਇਹ ਵੀ ਪਾਪ ਹੈ, ਬੁਰਾ ਚਿਤਵਨਾ। ਫਿਰ ਹੈ ਜੀਵਨ ਦੇ ਅੰਦਰ ਆਪਣੇ ਕਪਟ ਕਰਨਾ। ਇਸ ਕਰਕੇ ਗੁਰਬਾਣੀ ਆਖਦੀ ਹੈ ਵੀ ਤੂੰ ਜੀਵਨ ਵਿੱਚ ਕਪਟ ਛੱਡ ਦੇ। ਔਰ ਤੀਜਾ ਮਨ ਦਾ ਪਾਪ ਹੈ ਈਰਖਾ ਕਰਨੀ। ਸਿੱਖ ਨੇ ਕਿਸੇ ਨਾਲ ਈਰਖਾ ਵੀ ਨਹੀਂ ਕਰਨੀ, ਜੈਲਸ ਵੀ ਨਹੀਂ ਕਰਨੀ। ਇਹ 10 ਪਾਪ ਨੇ ਦਿਲ ਤੇ ਲਾਹੇ ਵਿਕਾਰ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਨਾਲ ਅੰਮ੍ਰਿਤ ਵੇਲੇ ਉੱਠ ਇਤਨਾ ਅਭਿਆਸ ਕਰ ਕਿ ਦਿਲ ਦੇ ਵਿੱਚ ਜਿਹੜੇ ਇਹ ਵਿਕਾਰ ਨੇ ਨਾ, ਇਹਨਾਂ ਨੂੰ ਲਾ ਦੇ, ਪਰੇ ਕਰ ਦੇ, ਪਾਪ ਕੱਢ ਦੇ ਆਪਣੇ ਜੀਵਨ ਵਿੱਚੋਂ। ਅੱਲਾ ਭਾਵੈ ਸੋ ਭਲਾ, ਤੇ ਜੋ ਰੱਬ ਦੀ ਰਜਾ ਵਿੱਚ ਵਰਤੇ ਉਸ ਨੂੰ ਚੰਗਾ ਜਾਣ। ਅੱਲਾ ਭਾਵੈ, ਜੋ ਰੱਬ ਜੀ ਨੂੰ ਭਾਉਂਦਾ ਹੈ, ਪਰਮੇਸ਼ਰ ਨੂੰ ਭਾਉਂਦਾ ਹੈ ਵੀ ਰੱਬਾ ਇਹ ਹੀ ਭਲਾ ਹੈ। ਬੜਾ ਮੁਸ਼ਕਿਲ ਹੈ ਇਸ ਅਵਸਥਾ ਵਿੱਚ ਜੀਣਾ ਕਿ ਆਪੇ ਹਰ ਇੱਕ ਰੰਗ ਹੈ, ਆਪੇ ਉਹ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਦੂਜੇ ਵਾਸਤੇ ਅਸੀਂ ਸਵੈਮ ਆਪ ਕਹਿ ਦਿੰਦੇ ਹਾਂ ਕਿ ਭਾਣਾ ਮੰਨ ਲਓ, ਪਰ ਜਦੋਂ ਭਾਣਾ ਆਪਣੇ ਤੇ ਆਉਂਦਾ ਬੜਾ ਔਖਾ ਜੇ। ਦੂਜੇ ਨੂੰ ਕਹਿਣਾ ਬੜਾ ਸੌਖਾ, ਰਜਾ ਵਿੱਚ ਰਹੋ, ਭਾਣੇ ਵਿੱਚ ਰਹੋ, ਪਰ ਪਤਾ ਉਦੋਂ ਲੱਗਦਾ ਜਦੋਂ ਭਾਣਾ ਆਪ ਮੰਨਣਾ ਪਵੇ। ਦੂਜੇ ਨੂੰ ਕਹਿਣਾ ਸੌਖਾ ਹੈ ਵੀ ਭਾਣੇ ਵਿੱਚ ਰਹਿਣਾ ਚਾਹੀਦਾ, ਰਜਾ 'ਚ ਰਹਿਣਾ ਚਾਹੀਦਾ। ਨਹੀਂ ਪਿਆਰਿਓ, ਇਹ ਭਾਣੇ 'ਚ ਰਹਿਣਾ ਬੜਾ ਔਖਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਕਹਿ ਦੇਣੀ, ਪੜ੍ਹ ਲੈਣੀ ਸੌਖੀ ਹੈ, ਪਾਠ ਕਰ ਲੈਣਾ ਸੌਖਾ ਹੈ, ਪਰ ਇਸ ਨੂੰ ਆਪਣੇ ਜੀਵਨ ਅਨੁਭਵ ਵਿੱਚ ਲਿਆਉਣਾ ਬੜਾ ਮੁਸ਼ਕਿਲ ਕੰਮ ਹੈ, ਸੌਖਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਅੱਲਾ ਭਾਵੈ ਸੋ ਭਲਾ। ਜੋ ਵਾਹਿਗੁਰੂ ਜੀ ਨੂੰ ਭਾਉਂਦਾ ਕਹਿ ਸੱਚੇ ਪਾਤਸ਼ਾਹ ਤੂੰ ਚੰਗਾ ਕਰ ਰਿਹਾ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਅਵਸਥਾ 'ਚ ਜੀਣਾ ਕਿ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ, ਕਿਉਂ ਮੈਂ ਰੱਬਾ ਕੋਈ ਉਲਾਂਭਾ ਨਹੀਂ ਦਿੰਦਾ, ਜੋ ਤੂੰ ਕਰਦਾ ਮੈਨੂੰ ਪ੍ਰਵਾਨ ਹੈ। ਕਿੱਦਾਂ ਅਸੀਂ ਕਰਦੇ ਹਾਂ? ਫਿਰ ਮਹਾਰਾਜ ਕਹਿੰਦੇ ਨੇ ਤਾਂ ਲੱਭੀ ਦਰਬਾਰ। ਕਹਿੰਦੇ ਜੇ ਰੱਬ ਦੀ ਰਜਾ ਵਰਤੇ, ਉਸ ਨੂੰ ਚੰਗਾ ਜਾਣ, ਤਾਂ ਤੈਨੂੰ ਪਰਮਾਤਮਾ ਦੀ ਦਰਗਾਹ ਪ੍ਰਾਪਤ ਹੋਵੇਗੀ। ਰੱਬ ਦਾ ਦਰਬਾਰ ਤਾਂ ਲੱਭਣਾ ਹੈ। ਗੁਰੂ ਅਰਜਨ ਦੇਵ ਜੀ ਤਾਂ ਆਖਣ ਲੱਗੇ, ਇਸ ਵਾਸਤੇ ਬਾਬਾ ਫਰੀਦ ਜੀ ਜਿਹੜੇ ਵਚਨ ਆਖ ਰਹੇ ਨੇ ਕਿ ਪਿਛਲ ਰਾਤ ਨਾ ਜਾਗੋ। ਜੇ ਪਿਛਲ ਰਾਤ ਉੱਠ ਕੇ ਤੂੰ ਰੱਬ ਦੀ ਬੰਦਗੀ ਨਹੀਂ ਕਰਦਾ, ਰੱਬ ਨੂੰ ਯਾਦ ਨਹੀਂ ਕਰਦਾ, ਤੇ ਤੂੰ ਪਰਮਾਤਮਾ ਦੇ ਦਰਬਾਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਫਿਰ ਅਗਲੇ ਵਚਨ ਕੀਤੇ, ਮਹਿਲਾ ਪੰਜਵਾਂ, ਫਰੀਦਾ ਦੁਨੀ ਵਜਾਈ ਵਜਦੀ, ਤੂੰ ਹੀ ਵਜੈ ਨਾਲ। ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ, ਹੇ ਫਰੀਦ, ਦੁਨੀਆ ਦੇ ਲੋਕ ਬਾਜੇ ਹਨ ਜੋ ਮਾਇਆ ਦੇ ਵਜਾਏ ਹੋਏ ਵੱਜ ਰਹੇ ਹਨ। ਬੰਦਾ ਨਹੀਂ ਜੇ ਬੋਲਦਾ, ਮਾਇਆ ਬੁਲਾਉਂਦੀ ਬੰਦੇ ਨੂੰ। ਮਾਇਆ ਦੇ 3 ਰੂਪ ਨੇ, ਪਰਸੂ, ਪਰਸਾ, ਪਰਸਰਾਮ। ਜਦ ਬੰਦੇ ਕੋਲ ਧਨ ਨਹੀਂ, ਲੋਕ ਕਹਿੰਦੇ ਨੇ ਪਰਸੂ ਜਾ ਰਿਹਾ ਹੈ। ਥੋੜੇ ਪੈਸੇ ਆ ਗਏ ਨੇ, ਕਹਿੰਦੇ ਪਰਸੇ ਆ ਗਿਆ ਤੂੰ,
ਪਰ ਜਦੋਂ ਮਾਇਆ ਧਨ ਇਕੱਠਾ ਹੋ ਜਾਏ ਨਾ, ਫਿਰ ਪਰਸਰਾਮ ਜੀ ਕੀ ਹਾਲ ਚਾਲ ਨੇ ਤੁਹਾਡੇ, ਉਹੀ ਬੰਦਾ ਹੁੰਦਾ ਹੈ। ਬੰਦਾ ਤਾਂ ਕੋਈ ਚੇਂਜ ਨਹੀਂ ਹੋਇਆ, ਮਾਇਆ ਨੇ ਉਸ ਨੂੰ ਦਾ ਸਤਿਕਾਰ ਵਧਾ ਦਿੱਤਾ। ਬੰਦਾ ਉਹੀ ਹੈ ਜਿਹਨੂੰ ਲੋਕ ਕਦੀ ਪਰਸੂ ਕਹਿੰਦੇ ਸਨ, ਵੀ ਪਰਸੂ ਜਾ ਰਿਹਾ ਦੇਖੋ, ਆਪਣੇ ਕੋਲ ਨਹੀਂ ਸੀ ਬਿਠਾਉਂਦੇ। ਕੁਛ ਮਾਇਆ ਆਈ ਤੇ ਉਹਨੂੰ ਕਹਿਣਾ ਨਾ ਪਰਸਾ ਵੀ ਆ ਚਲ ਬੈਠ ਜਾ, ਔਰ ਜਦੋਂ ਪਰਸਰਾਮ ਹੋ ਗਿਆ ਨਾ, ਫਿਰ ਲੋਕ ਕੋਲ ਬੈਠਣ ਜਾਂਦੇ ਨੇ ਉਹਦੇ। ਉਸ ਨੂੰ ਤੇ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਵਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਜਦੋਂ ਧਨ ਆ ਗਿਆ ਨਾ, ਫਿਰ ਬਹੁਤ ਸਾਰੇ ਮਿੱਤਰ ਬਣ ਜਾਂਦੇ, ਫਿਰ ਸਾਰੇ ਆ ਕੇ ਕੋਲ ਬਹਿ ਜਾਂਦੇ ਨੇ। ਜਦੋਂ ਧਨ ਚਲਾ ਜਾਏ, ਕੋਈ ਵਿਪਤ ਪੈ ਜਾਏ, ਤੇ ਜਿਹੜੇ ਕਹਿੰਦੇ ਸੀ ਅਸੀਂ ਤੇਰੇ ਮਿੱਤਰ ਹਾਂ, ਉਸ ਵੇਲੇ ਸਾਰੇ ਸਾਥ ਛੱਡ ਕੇ ਚਲੇ ਜਾਂਦੇ, ਕਿਉਂਕਿ ਮਾਇਆ ਚਲੀ ਗਈ ਨਾ। ਮਾਇਆ ਕਰਕੇ ਤਾਂ ਮਿੱਤਰ ਬਣੇ ਸੀ ਨਾ, ਮਾਇਆ ਚਲੀ ਗਈ ਤੇ ਸਾਰੇ ਚਲੇ ਗਏ ਸਾਥ ਛੱਡ ਕੇ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ, ਫਰੀਦਾ ਦੁਨੀ ਵਜਾਈ ਵਜਦੀ, ਇਹ ਦੁਨੀਆ ਦੇ ਲੋਕ ਬਾਜੇ ਹਨ ਜੋ ਮਾਇਆ ਦੇ ਵਜਾਏ ਵੱਜਦੇ ਹਨ। ਤੂੰ ਵੀ ਵੱਜੈ ਨਾਲ, ਤੂੰ ਵੀ ਇਹਨਾਂ ਦੇ ਨਾਲ ਵੱਜ ਰਿਹਾ। ਪਾਓ ਕਿ ਮਾਇਆ ਦਾ ਨਚਾਇਆ ਤੂੰ ਵੀ ਨੱਚ ਰਿਹਾ। ਬਾਕੀ ਲੋਕ ਤਾਂ ਮਾਇਆ ਦੇ ਨਚਾਏ ਨੱਚ ਰਹੇ ਨੇ। ਗੁਰੂ ਅਰਜਨ ਦੇਵ ਜੀ ਪਿਤਾ ਕਹਿੰਦੇ, ਫਰੀਦ ਜੀ ਕਹਿੰਦੇ ਤੂੰ ਵੀ ਮਾਇਆ ਦਾ ਨਚਾਇਆ ਨੱਚ ਰਿਹਾ, ਮਾਇਆ ਤੈਨੂੰ ਵੀ ਨਚਾਈ ਜਾ ਰਹੀ ਹੈ। ਫਿਰ ਅਗਲੇ ਬਚਨ ਕੀਤੇ, ਸੋਈ ਜਿਉ ਨਾ ਵਜਦਾ ਜਿਸ ਅੱਲਾ ਕਰਦਾ ਸਾਰ। ਆਖਣ ਲੱਗੇ ਫਰੀਦ ਜੀ, ਉਹ ਭਾਗਾਂ ਵਾਲਾ ਜੀਵ ਮਾਇਆ ਦਾ ਵਜਾਇਆ ਹੋਇਆ ਨਹੀਂ ਵੱਜਦਾ, ਜਿਹਦੀ ਸੰਭਾਲ ਰਾਖੀ ਪਰਮਾਤਮਾ ਆਪ ਕਰਦਾ ਹੈ। ਤੇ ਪਰਮਾਤਮਾ ਪਤਾ ਕਿਹਨਾਂ ਦੀ ਰੱਖਿਆ ਕਰਦਾ ਹੈ? ਜੋ ਅੰਮ੍ਰਿਤ ਵੇਲੇ ਉੱਠ ਕੇ ਉਸਦੀ ਯਾਦ ਵਿੱਚ ਜੁੜ ਜਾਂਦੇ ਨੇ ਤੇ ਉਸ ਦੀ ਸੰਭਾਲ ਕਰਦੇ ਨੇ ਨਾਮ ਦੀ। ਭਾਈ ਵੀਰ ਸਿੰਘ ਕਹਿੰਦੇ ਨੇ ਨਾ, ਜਿਨ੍ਹਾਂ ਨੇ ਸਵੇਰੇ ਉੱਠ ਕੇ ਰੱਬ ਨੂੰ ਦੇ ਨਾਮ ਨੂੰ ਸੰਭਾਲਿਆ, ਰੱਬ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਸੰਭਾਲ ਲੈਂਦਾ ਹੈ। ਤੇਰਾ ਕੰਮ ਤਾਂ ਇਤਨਾ ਹੀ ਸੀ ਨਾ, ਸਵੇਰੇ ਉੱਠ ਕੇ ਕੁਝ ਸਮਾਂ ਉਹਦੀ ਯਾਦ ਵਿੱਚ ਗੁਜ਼ਾਰਦਾ, ਫਿਰ ਰੱਬ ਤੈਨੂੰ ਸੰਭਾਲੇਗਾ। ਇਸ ਕਰਕੇ ਬਾਬਾ ਫਰੀਦ ਜੀ ਨੇ ਜੋ ਸਲੋਕ ਆਖਿਆ ਸੀ ਨਾ, ਗੁਰੂ ਅਰਜਨ ਦੇਵ ਜੀ ਪਿਤਾ ਆਖਣ ਲੱਗੇ, ਸੋਈ ਜਿਉ ਨਾ ਵੱਜਦਾ, ਉਹ ਭਾਗਾਂ ਵਾਲਾ ਜੀ ਮਾਇਆ ਦਾ ਵਜਾਇਆ ਨਹੀਂ ਵੱਜਦਾ, ਜਿਸ ਅੱਲਾ ਕਰਦਾ ਸਾਰ, ਜਿਸ ਦੀ ਸੰਭਾਲ ਰਾਖੀ ਪਰਮਾਤਮਾ ਆਪ ਕਰਦਾ ਹੈ। ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੈ, ਮਿਹਰਬਾਨ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਤਾਂ ਸਦੂ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਤੂੰ ਕਿਉਂ ਡੋਲੀ ਜਾਂਦਾ? ਜਿਹਨੇ ਪੈਦਾ ਕੀਤਾ ਆਸਰਾ ਵੀ ਰਹੇਗਾ ਤੈਨੂੰ, ਤੂੰ ਆਪਣੇ ਕੰਮ 'ਚ ਪੂਰਾ ਰਹਿ। ਇੱਥੇ ਹੁਣ ਇੱਕ ਹੋਰ ਮੈਂ ਨਾਲ ਵਿਆਕਰਨ ਦਾ ਰੂਲ ਦੱਸ ਦੇਵਾਂ। ਇੱਥੇ 3 ਵਾਰੀ ਅੱਲਾ ਅੱਖਰ ਆਇਆ ਹੈ। ਪਹਿਲਾ ਆਇਆ ਹੈ ਅੱਲਾ ਦੀ ਵਰਤੋਂ ਕੀਤੀ, ਅੱਲਾ ਸੇਤੀ, ਉੱਥੇ ਅੱਲਾ ਮੁਕਤਾ ਹੈ, ਹਾਹੇ ਨੂੰ ਔਂਕੜ ਨਹੀਂ, ਕਿਉਂਕਿ ਸੇਤੀ ਨਾਲ ਸੰਬੰਧਕ ਲੱਗਿਆ। ਫਿਰ ਆਇਆ ਅੱਲਾ ਭਾਵੈ, ਉੱਥੇ ਫਿਰ ਸੰਬੋਧਨ ਹੈ ਅੱਲਾ ਨੂੰ, ਹੇ ਅੱਲਾ, ਹੇ ਵਾਹਿਗੁਰੂ, ਜੇ ਤੈਨੂੰ ਭਾ ਜਾਏ, ਕਿਉਂਕਿ ਸੰਪਾਦਨ ਕਾਰਕ ਇੱਕ ਵਚਨ ਹੈ। ਫਿਰ ਹੈ ਕਿ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਅੱਲਾ ਨੂੰ ਇੱਥੇ ਔਂਕੜ ਲੱਗੀ ਹੋਈ ਹੈ, ਇੱਕ ਵਚਨ ਪੁਰਲਿੰਗ ਹੈ। ਇਹ 3 ਰੂਪ ਆਏ ਨੇ ਇੱਥੇ, ਕਿਉਂਕਿ ਅੱਲਾ ਅੱਖਰ ਇੱਕੋ ਹੀ ਤਰ੍ਹਾਂ ਲਿਖਿਆ ਹੋਇਆ ਹੈ, ਲਿਖਿਆ 3 ਤਰ੍ਹਾਂ ਤੋਂ, ਪਰ ਅਰਥ ਜਿਹੜੇ ਨੇ ਉਹ ਤਿੰਨਾਂ ਦੇ ਅਲੱਗ ਅਲੱਗ ਨੇ, ਕਿਉਂਕਿ ਉਸਦਾ ਕਾਰਨ ਹੈ ਵਿਆਕਰਨ ਦਾ ਰੂਲ। ਇੱਕ ਪਹਿਲਾ ਅੱਲਾ, ਉਹਦੇ ਨਾਲ ਅੱਲਾ ਸਿੱਤੀ ਲੱਗਿਆ ਹੋਇਆ, ਤਾਂ ਅੱਲਾ ਦੀ ਔਂਕੜ ਲੈ ਗਈ। ਦੂਜਾ ਜਿਹੜਾ ਅੱਲਾ ਹੈ, ਅੱਲਾ ਭਾਵੈ ਸੋ ਭਲਾ, ਉੱਥੇ ਜੋ ਅੱਲਾ ਦੇ ਨਾਲ ਸੰਬੰਧਕ ਲੱਗਿਆ ਹੋਇਆ, ਭਾਵੇਂ ਕਿਰਿਆ ਹੈ, ਭਾਵੇਂ ਕਿਰਿਆ, ਇਸ ਕਰਕੇ ਉੱਥੇ ਅੱਲਾ ਦਾ ਔਂਕੜ ਲੱਗ ਗਿਆ। ਤੇ ਤੀਜੀ ਵਾਰੀ ਜਿਹੜਾ ਅੱਲਾ ਅੱਖਰ ਆਇਆ, ਉਹ ਇੱਕ ਵਚਨ ਵਾਸਤੇ ਹੈ ਕਿ ਪਰਮਾਤਮਾ ਇੱਕ ਹੈ, ਕਰਤਾ ਕਾਰਕ ਹੈ, ਵੀ ਅੱਲਾ ਜੋ ਕਰਦਾ ਹੈ। ਫਿਰ ਅਗਲਾ ਵਚਨ ਕੀਤਾ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ, ਆਖਣ ਲੱਗੇ, ਮਹਿਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ। ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਫਰੀਦ, ਅੰਮ੍ਰਿਤ ਵੇਲੇ ਉੱਠ ਕੇ ਨਾ ਹੀ ਕਾਫੀ ਨਹੀਂ ਹੈ। ਇਹ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਗੱਲ ਖਤਮ ਹੋ ਗਈ, ਸਵੇਰੇ ਉੱਠ ਕੇ ਪਾਠ ਕਰ ਲਿਆ, ਗੱਲ ਖਤਮ ਹੋ ਗਈ, ਇੱਥੇ ਹੀ ਬਸ ਨਹੀਂ। ਸਵੇਰੇ ਉੱਠ ਕੇ ਸੇਵਾ ਕਰ ਲਈ, ਗੱਲ ਖਤਮ ਹੋ ਗਈ। ਕਹਿਣ ਲੱਗੇ ਨਹੀਂ, ਆਖਣ ਲੱਗੇ, ਫਰੀਦਾ ਦਿਲ ਰੱਤਾ ਇਸ ਦੁਨੀ ਸਿਉ। ਪਾਓ ਕਿ ਅੰਮ੍ਰਿਤ ਵੇਲੇ ਉੱਠਣ ਦਾ ਵੀ ਕੀ ਲਾਭ, ਜੇ ਉਸ ਵੇਲੇ ਵੀ ਦਿਲ ਦੁਨੀਆ ਦੇ ਪਦਾਰਥਾਂ ਦੇ ਨਾਲ ਰੰਗਿਆ ਹੋਇਆ ਹੈ, ਦੁਨੀਆ ਦੇ ਨਾਲ ਰੰਗਿਆ ਹੋਇਆ, ਦੁਨੀਆ ਦੀ ਗੱਲਾਂ ਵਿੱਚ ਹੀ ਮਸਤ ਹੈ। ਸਵੇਰੇ ਉੱਠ ਕੇ ਉਸ ਦੀ ਯਾਦ ਦੇ ਵਿੱਚ ਜੁੜ,
उसकी इबादत विच जुड़। तेरा दिल पर सवेरे उठ के भी संसारी चीज़ां विच जुड़िया होया है, संसारी गल्लां दे विच ही मस्त है। मैं कई वेखे अमृत वेले, मैं बरेली हुंदा सी, उस वेले कई सज्जन आउंदे सन। वो किसी नाल अमृत वेले आउणा ना, किसी नाल कोई गल नहीं करनी, सगों जदों घरों चलना ना तो उन्होंने सवैयां का पाठ करना शुरू कर देना। कोई सैसकृति का पाठ करता आ रहा, कोई बाबा फरीद जी श्लोक मूँह जवानी पढ़ता आ रहा है। एडी बाणी उन्होंने याद, एडा अभ्यासी लोग सन। बड़ा आनंद आना उन्होंने कोल बैठना उठना, क्योंकि अभ्यासी सन। जदों घरों तुरना ना सैसकृति बाणी तो उंज देख के पढ़नी औखी है। मूँह जवानी कंठ उन्होंने सवैये, मूँह जवानी कंठ घरों तुरना तो सवैये पढ़ते आना गुरुद्वारे तक। चेहरा दग दग करता सी, पता लगता सी हाँ ये रूहां ने उस मंजिल ते तुरन वालियां। वैसे भी सियाणे कहते ना, भावें कोई भी वेला होवे जो तू गुरु दे दर ते आवे ना, तो उस वेले संसारी गल्लां बातां नहीं करनियां। तेरे अंदर वाहिगुरु दा सिमरन होना चाहिए, वाहिगुरु दी याद होनी चाहिए है। कई बार असी आउंदे ना तो कई कोई इधर देख रहा, उधर चारे पासे देखते हुए गल्लां बातां करते हुए। मैं एक बेनती करा, जो असी मार्केट चों लंघ के आउंदे ना तो साड़ियाँ अखां कदी कपड़ियां नूं वेखदियां ने, कदी लोकां नूं वेखदियां ने, तो गुरुद्वारे आके भी सुरत बहुतां दी जुड़दी कोई नहीं, कपड़ियां च रह जाती कईयां दी भी आके ये सूट खरीदना हुण गुरुद्वारे ते वापस मुड़ के। और कई बीबियां ने मैनूं आख्या भी है भी ये कपड़े बड़े प्रभावित करते हैं, रंग बिरंगे। मन च यही रहिंदा, कथा पूरी हो जाती पर मन च वो कपड़ा किते बिक ना जाए तो चाहिए वापस, क्योंकि सूट बड़ा सोहना लग्या होया सी बाहर। मन के अंदर इस तरह की बिरती जन्म। इस करके भाई वीर सिंह कहते जो तुसी गुरुद्वारे जाओ ना तो अखां नीवियां, वाहिगुरु का सिमरन, थानू होर कोई चीज़ नहीं नज़र आनी चाहिए, बस अपने गुरु के दर्शनां की तांग होनी चाहिए है। ये विरती होनी चाहिए कि दर्शन देख जिमा गुरु तेरा, पूरन कर्म होए प्रभ मेरा, यह बेनती सुन प्रभ मेरे। देह नाम कर अपने चेहरे, अपनी शरण राख प्रभ दाते, गुर प्रसाद किन विरलै जाते, सुनो बिनो प्रभ मेरे मीता, चरण कमल वसै मेरे चीता, नानक एक करे अरदास, विसर नाही पूरन गुणतास। मेरे वाहिगुरु मैनू भुल्ली ना। बाबा फरीद जी जिहड़ी गल कर रहे सन, गुरु अर्जन देव जी पिता आखन लगे भी अमृत वेले उठना ही काफ़ी नहीं, बंदा उठ गया। देखो सवेरे कई उठ जाते हैं, पर गुरु साहब कहते नैनो नींद पर दृष्ट विकार, अखां दे विच निंदर है, क्योंकि पराए रूप तकन दी ये आदि हो चुकियां ने। सरवण सोए सुन निंद विचार, कन सुते पे ने, सवेरे उठ के बाणी सुन ली है पर अजे भी सुते ने, क्योंकि निंदा का बड़ा रस है इन्होंने। जेवा सोई लोभ मिठे स्वाद, ये स्वादां दे विच फसी हुई जेवा, ते मन सोया माया विस्माद, मन भी सुता होया है। सवेरे वैसे उठ गया, लोग कहते हैं अमृत वेले उठता है, पर तेरा जीवन दे विच कोई सा ज्ञान इंद्रा अजे जागया ही नहीं है। इस ग्रह में कोई जागत रहे, सावत वस्त वो अपनी लै, कोई जागेगा तो सावत वस्त लाएगा। इस करके गुरु साहब गुरु अर्जन देव जी पिता आखन लगे, फरीदा दिल रत्ता इस दुनी स्यों, पर एक ख्याल कर लें दुनी न किते काम। ये तेरा दिल जो रत्या ना दुनिया के पदार्थों में रंगिया होया, दुनिया अंत वेले किसी काम नहीं आती। ਜਿਹੜੇ लोग अज कहते ना बच्चों वास्ते कर रहे हाँ, इन्हों की करके जीउने हैं। बहुता की हालत अज ऐसी है कि वो बच्चे जो माता पिता पूरी जिंदगी बच्चों उत्ते जोर लाते हैं, वो बेचारे बुजुर्ग हो जाते हैं, उन्होंने सेवा नहीं करते। बहुते तो वृद्ध आश्रम में छड़ के आ जाते हैं। अज समाज के उत्ते कलंक है वृद्ध आश्रम होने। और हैरानी इस गल की है, मैं कई बार सोचदा भी किसी दे धी नहीं है, पुत्र नहीं है, उन्होंने बुजुर्ग वृद्ध आश्रम जान ते कोई गल नहीं है, भी कोई है नहीं देखने वाला। पर वो लोग वृद्ध आश्रमां दे विच ने जिन्हां दियां 4-4 फैक्ट्रियां चल रही ने, 100-100 एकड़ जमीनां ने, वो लोग वृद्ध आश्रमां विच रहिंदे है। भी गरीब बंदा जावे जिहदे कोई संतान ही नहीं है, कोई है ही नहीं अगे पिछे, वो जावे तो मार्ग है, पर जिसदे संतान भी है, बच्चे भी ने, कारोबार भी ने। इस करके एक कलंकत ने वृद्ध आश्रम, समाज के धब्बा ने।
ਕਿਉਂਕਿ ਬੱਚੇ ਪੈਸੇ ਦੇ ਆਵਾ ਦੇ ਵਿੱਚ ਆ ਕੇ ਭੁੱਲ ਜਾਂਦੇ ਨੇ। ਇਹ ਨਹੀਂ ਪਤਾ ਕਿ ਉਹਨਾਂ ਬਜ਼ੁਰਗਾਂ ਨੇ ਕਦੀ ਤੁਹਾਡੀ ਸਾਂਭ ਸੰਭਾਲ ਕੀਤੀ ਸੀ। ਜੋ ਅੱਜ ਤੁਹਾਨੂੰ ਬਿਰਧ ਅਵਸਥਾ 'ਚ ਮਾਤਾ ਪਿਤਾ ਦੀ ਸੇਵਾ ਕਰਨੀ ਪੈ ਰਹੀ, ਉਹ ਪਹਿਲਾਂ ਕਰ ਚੁੱਕੇ ਨੇ ਤੁਹਾਡੀ। ਕਹਿਣ ਲੱਗੇ ਬਾਬਾ ਫਰੀਦ ਜੀ ਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਕਹਿੰਦੇ, ਦੁਨੀ ਨਾ ਕਿਤੇ ਕਾਮ, ਅੰਤ ਵੇਲੇ ਦੁਨੀਆ ਕਿਸੇ ਕੰਮ ਨਹੀਂ ਆਉਂਦੀ। ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ। ਦੁਨੀ ਨਾ ਕਿਤੇ ਕੰਮ, ਇਸ ਦੁਨੀਆ ਨੇ ਕਿਸੇ ਕੰਮ ਨਹੀਂ ਆਉਣਾ। ਤੇ ਆਖਣ ਲੱਗੇ ਮਿਸਲ ਫਕੀਰਾਂ ਗਾਖੜੀ, ਆਖਣ ਲੱਗੇ ਉੱਠ ਕੇ ਰੱਬ ਨੂੰ ਯਾਦ ਕਰ। ਇਹ ਫਕੀਰਾਂ ਵਾਲੀ ਜਿਹੜੀ ਰਹਿਣੀ ਹੈ ਤਾਂ ਬੜੀ ਔਖੀ। ਗਾਖੜੀ ਦਾ ਅਰਥ ਹੁੰਦਾ ਔਖੀ, ਔਖੀ ਕਾਰ ਹੈ। ਫਕੀਰਾਂ ਵਾਲੀ ਗਾਖੜੀ, ਦਰਵੇਸਾਂ ਵਾਲੀ ਕਾਰ। ਤੇ ਮਹਾਰਾਜ ਕਹਿਣ ਲੱਗੇ ਪਾਈਐ ਪੂਰ ਕਰਮ। ਸੋ ਦਾ ਅਰਥ ਹੈ ਉਹ, ਪਾਈਐ ਪੂਰ ਕਰਮ। ਕਹਿੰਦੇ ਨੇ ਇਹ ਬੜੇ ਵੱਡਾ ਭਾਗਾਂ ਦੇ ਨਾਲ, ਚੰਗੀ ਕਿਸਮਤ ਦੇ ਨਾਲ ਇਹ ਮਿਲਦੀ ਹੈ। ਉਸ ਤੋਂ ਬਿਨਾਂ ਨਹੀਂ। ਇਹ ਸੇਵਾ ਵਾਲੀ ਗਾਖੜੀ, ਔਖੀ ਕਾਰ ਜਿਹੜੀ ਹੈ ਨਾ, ਫਕੀਰਾਂ ਵਾਲੀ ਰਹਿਣੀ ਮਿਲਦੀ ਔਖੀ ਹੈ, ਭਾਗਾਂ ਨਾਲ ਮਿਲਦੀ ਹੈ। ਇਸ ਕਰਕੇ ਜੇ ਭਾਗ ਬਣਾਉਣੇ ਨੇ ਤੇ ਬਾਬਾ ਫਰੀਦ ਜੀ ਇਹ ਕਹਿਣਾ ਚਾਹੁੰਦੇ, ਇਸ ਕਰਕੇ ਅੰਮ੍ਰਿਤ ਵੇਲੇ ਉੱਠ, ਤੇਰੇ ਭਾਗ ਬਣ ਜਾਣਗੇ। ਜਿਵੇਂ ਫਕੀਰਾਂ ਦੇ ਭਾਗ ਚੰਗੇ ਨੇ। ਫਕੀਰ ਤੋਂ ਅਰਥ ਹੈ ਦਰਵੇਸ਼ ਲੋਕ, ਰੱਬ ਦੇ ਰਾਹ ਤੇ ਚੱਲਣ ਵਾਲੇ। ਦੇਖੋ ਨਾ, ਜਿਹੜੇ ਰੱਬ ਦੇ ਰਾਹ ਤੇ ਚੱਲਦੇ ਵੀ ਨਹੀਂ ਹਨ, ਜਿਨ੍ਹਾਂ ਨੇ ਕੇਵਲ ਰੱਬੀ ਦਰਵੇਸ਼ ਹੋਣ ਦਾ ਲਿਬਾਸ ਧਾਰਨ ਕੀਤਾ, ਲੋਕ ਉਹਨਾਂ ਨੂੰ ਮੱਥੇ ਟੇਕਦੇ ਨੇ। ਮੈਂ ਸੋਚਦਾ ਜਿਹੜੇ ਰੱਬੀ ਰਾਹ ਤੇ ਤੁਰਦੇ ਨੇ ਉਹਨਾਂ ਦਾ ਕਿੰਨਾ ਸਤਿਕਾਰ ਹੋਏਗਾ ਦੁਨੀਆ ਦੇ ਅੰਦਰ। ਜਿਹੜੇ ਰੱਬੀ ਰਾਹ ਤੇ ਤੁਰਦੇ ਨੇ ਨਾ, ਜਿਨ੍ਹਾਂ ਨੇ ਕੇਵਲ ਭੇਗ ਧਾਰਨ ਕੀਤੇ ਨੇ, ਜਿਹੜੇ ਕੱਚੇ ਗੁਰੂ ਬਣ ਕੇ ਬੈਠੇ ਹੋਏ ਨੇ, ਲੋਕ ਉਹਨਾਂ ਨੂੰ ਵੀ ਸਿਜਦੇ ਕਰਦੇ ਆ। ਪਰ ਸੱਚੀ ਮੁੱਚੀ ਜਿਹੜਾ ਕਿ ਉਸ ਰਾਹ ਦਾ ਪਾਂਧੀ ਬਣ ਜਾਂਦਾ ਨਾ, ਤੇ ਉਸ ਦਾ ਜੋ ਸਤਿਕਾਰ ਹੈ, ਉਸ ਦਾ ਜੋ ਮਾਣ ਹੈ, ਉਹ ਬਹੁਤ ਵੱਡੇ ਮਾਣ ਦਾ ਹੱਕਦਾਰ ਬਣ ਜਾਂਦਾ ਹੈ। ਔਰ ਜੇ ਇਸ ਤਰ੍ਹਾਂ ਦਾ ਮਾਣ ਤੂੰ ਵੀ ਚਾਹੁੰਦਾ ਹੈ, ਇਹ ਵਡਿਆਈ ਤੂੰ ਵੀ ਚਾਹੁੰਦਾ ਹੈ, ਵਡਭਾਗੀ ਬਣਨਾ ਚਾਹੁੰਦਾ ਹੈ, ਵੱਡੇ ਭਾਗਾਂ ਵਾਲਾ ਬਣਨਾ ਚਾਹੁੰਦਾ ਹੈ, ਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਫਰੀਦ ਜੀ ਇਹ ਕਹਿਣਾ ਚਾਹੁੰਦੇ ਨੇ, ਇਸ ਕਰਕੇ ਪਿਛਲ ਰਾਤੀ ਉੱਠ ਕੇ ਪਰਮਾਤਮਾ ਨੂੰ ਯਾਦ ਕਰ, ਫਿਰ ਤੇਰੇ ਭਾਗ ਜਾਗ ਜਾਣਗੇ, ਫਿਰ ਹੋ ਜਾਣਗੇ ਤੇਰੇ ਇਹ ਲੋਕ ਸੁਖੀ ਹੈ। ਪਰ ਲੋਕ ਸਵੇਲੇ ਨਾਨਕ ਹਰ ਭਉ ਆਪੇ ਮਿਲੇ। ਬੇਅੰਤ ਭੁੱਲਾਂ ਦੀ ਖਿਮਾ, ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਵਿੱਚ, ਗੁਰੂ ਕੇ ਬਚਨ ਹਿਰਦੇ ਵਿੱਚ ਵਸਾਉਣਾ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਮਾਇਆ ਦੂਰੋਂ ਚਲ ਕੇ ਮੈਂ ਤੱਕੀ ਤੋ ਸਰਨਾਏ ਜਿਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਓ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਮਾਧ ਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਰਾਹੋ ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਪਰਣ ਭੋਖਨ ਸੰਗ ਔਦ ਵਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਣ ਸਮਰਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਸਰਣ ਸਮਰਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੇਵ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ, ਤਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਹੋਂ ਵਰਜ, ਸੋਹਿਲਾ ਸਦਾ ਸੁਖ ਹੋਏ ਰਹਾ। ਜਿਹੜੇ ਸੰਭਾਲਨ ਦੇਖੇਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੇ ਦਾਤੇ ਕਉ ਸੁਮਾਰ। ਸਮਝ ਸਾਲ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ
ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰ ਸਿਮਰਿਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਿਡਾਈ ਤੋਇ ਰਹਾ ਵਿਸ ਵਿੱਚ ਅਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਹਾ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ। गगन में थाल रवचंद दीपक बने तारका मंडल जनक मोती धूप मल आन लो पवन चबरो करे सगल बन राय फुलंत ज्योति कैसी आरती होए बहुखंडा तेरी आरती। अनहता शब्द बाजंत पहरी रहाव सहस्तम नैन नैन है तो को सहस मूरत ननायक तो ही सहस पद विमल नन एक पद गंध बिन सहस्तव गंध इव चलत मोही। समय जो जोत है सोय तिसदै चानन समय चानन होए गुर साखी जोत प्रगट होए जो तिस भावै सो आरती होए हर चरण करुण मकरन लोहित मनोन दिनो मोहे आही प्यासा कृपा जल दे नानक सारंग को हो जाते त्रिनाय वासा। राग गोड़ी पूरी महला चौथा। काम क्रोध नगर पो परया मल साधु खंडल खंडा है पूर्व लिखल लिखे गुरु पाया मनहाली मंडल मंडा है कर साधु अंजलि पन वड्डा है कर डंडोत पन वड्डा है रहाउ साकत हर साध न जाने तन अंतर हूँ मैं कंडा है जो जो चला चुबे दुख पामे जमकाल सैन से डंडा है हर जन हर हर नाम समाने दुख जन्म मरण बहु खंडा है अविनाशी प्रभु पाया परमेश्वर बहुत सौ खंड ब्रह्मंडा है हम गरीब मस्किन प्रभु तेरे हर राख राख बड़ बड्डा है जन नानक नाम आधार टेक हर नामे ही सुख मंडा है। राग गोड़ी पूरी महला पंजवा। करो बेनंती सुनो मन मेता सन टहल की वेला इहाँ खाट चलो हर लाहा गै वसन सुएला उत्कट दिन सरय नारे मन गुर मिलकार सवारे रहाओ। ए संसार विकार संशय में तरियो ब्रह्म ज्ञानी जिसे जगाए प्यावे एह रस अकथ कथा तिन जानी जाकू आए सोई विहाजू हर गुर ते मन बसेरा निज कर मैल पाऊ सुख सहजे बहुर न होए गो फेरा। अंतर जामी पुरख विधाते शरधा मन की पूरे नानक दास यह सुख मांगै मोको कर संतन की धूरे। वाहिगुरु जी का खालसा वाहिगुरु जी की फतेह।